ਸ੍ਰੀ ਵਾਹਿਗੁਰੂ ਸਾਹਿਬ ਜੀ। ਡੰਡੌਤ ਮੰਦਨੀ ਅਨਕੁਮਾਰ ਸਰਬ ਕਲਾ ਸਮਰੱਥ। ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ। ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਪਰਮ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਅੱਜ ਪੂਰਨਮਾਸ਼ੀ ਦਾ ਦਿਹਾੜਾ ਹੈ। ਜਿਤਨੇ ਵੀ ਗੁਰੂ ਘਰ ਹਨ ਉਹਨਾਂ ਸਾਰਿਆਂ ਦੇ ਵਿੱਚ ਅੱਜ ਭਗਤ ਰਵਿਦਾਸ ਜੀ ਦਾ ਅਵਤਾਰ ਪੁਰਬ ਮਨਾਇਆ ਜਾਂਦਾ ਹੈ। ਸਾਧ ਸੰਗਤ ਜੀ, ਅੱਜ ਆਪਾਂ ਨੇ ਉਹਨਾਂ ਦੇ ਅਵਤਾਰ ਪੁਰਬ ਬਾਰੇ ਜਾਂ ਉਹਨਾਂ ਨੇ ਗੁਰਬਾਣੀ ਵਿੱਚ ਸਾਨੂੰ ਕੀ ਕੀ ਸਿੱਖਿਆ ਦਿੱਤੀ ਹੈ ਉਸ ਬਾਰੇ ਆਪਾਂ ਨੇ ਵਿਚਾਰ ਸਾਂਝੀ ਕਰਨੀ ਹੈ। ਸਾਧ ਸੰਗਤ ਜੀ, ਵਿਚਾਰ ਸਾਂਝੀ ਕਰਨ ਤੋਂ ਪਹਿਲਾਂ ਸਾਰੀਆਂ ਸੰਗਤਾਂ ਗੱਜ ਕੇ ਆਖੋ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਆਪ ਸਮੂਹ ਸਾਧ ਸੰਗਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚੇ ਹੋ। ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਹੋ। ਸਾਧ ਸੰਗਤ ਜੀ, ਭਗਤ ਰਵਿਦਾਸ ਜੀ ਜਿਨ੍ਹਾਂ ਦਾ ਅਵਤਾਰ ਬਨਾਰਸ ਦੀ ਧਰਤੀ ਦੇ ਉੱਪਰ ਹੋਇਆ ਹੈ। ਬਨਾਰਸ ਦੀ ਧਰਤੀ ਨੂੰ ਜੋ ਸ਼ਹਿਰ ਹੈ ਬਨਾਰਸ, ਇਸ ਨੂੰ ਸ਼ਿਵਪੁਰੀ ਵੀ ਆਖਿਆ ਜਾਂਦਾ ਹੈ। ਇਹ ਸ਼ਿਵ ਜੀ ਦੀ ਵਸਾਈ ਹੋਈ ਧਰਤੀ ਹੈ। ਸੋ ਇੱਥੇ ਪੰਡਤਾਂ ਦਾ, ਵਿਦਵਾਨਾਂ ਦਾ ਬਹੁਤ ਜ਼ਿਆਦਾ ਗੜ੍ਹ ਸੀ। ਸੰਸਕ੍ਰਿਤ ਦਾ ਕੇਂਦਰ ਹੈ ਜਿਹੜਾ ਬਨਾਰਸ ਹੈ, ਯਾਨੀ ਵਿਦਿਆ ਦਾ ਕੇਂਦਰ ਹੈ। ਬੜੇ ਬੜੇ ਵਿਦਵਾਨ, ਪੰਡਤ, ਜੋਤਕੀ ਤੇ ਇੱਥੋਂ ਪੈਦਾ ਹੋਏ ਨੇ। ਜਾਣੀ ਵਿਦਿਆ ਦੇ ਵੱਡੇ ਵੱਡੇ ਇੱਥੇ ਕੇਂਦਰ ਬਣੇ ਹੋਏ ਹਨ। ਸੋ ਇਸ ਧਰਤੀ ਦੇ ਉੱਪਰ ਇਹਨਾਂ ਦਾ ਅਵਤਾਰ ਪੁਰਬ ਹੋਇਆ। ਸੋ ਆਪ ਜੀ ਦੀ ਮਾਤਾ ਦਾ ਨਾਮ ਸੀ ਕੌਂਸ ਦੇਵੀ ਤੇ ਪਿਤਾ ਦਾ ਨਾਮ ਸੀ ਸੰਤੋਖ ਦਾਸ। ਸੋ ਉਹਨਾਂ ਦੇ ਗ੍ਰਹਿ ਵਿਖੇ ਇਹ ਅਵਤਾਰੀ ਪੁਰਸ਼ ਭਗਤ ਰਵਿਦਾਸ ਜੀ, ਇਹਨਾਂ ਦਾ ਅਵਤਾਰ ਹੋਇਆ। ਸਾਧ ਸੰਗਤ ਜੀ, ਜਦੋਂ ਅਵਤਾਰ ਹੋਇਆ ਹੈ ਤਾਂ ਇਹਨਾਂ ਦੇ ਪਿਤਾ ਜੀ ਨੇ ਪੰਡਤ ਨੂੰ ਬੁਲਾਇਆ, ਪੁੱਛਿਆ ਕਿ ਇਸ ਦਾ ਕੀ ਨਾਮ ਰੱਖਿਆ ਜਾਵੇ। ਜਿਸ ਤਰ੍ਹਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਾਡੇ ਗੁਰੂ ਨੇ, ਅਸੀਂ ਇਹਨਾਂ ਦੇ ਹੁਕਮਨਾਮੇ ਦੇ ਪਹਿਲੇ ਅੱਖਰ ਤੋਂ ਆਪਣੇ ਬੱਚੇ ਦਾ ਜਾਂ ਬੱਚੀ ਦਾ ਅਸੀਂ ਨਾਮ ਰੱਖ ਲੈਂਦੇ ਹਾਂ। ਸੋ ਇਸੇ ਤਰ੍ਹਾਂ ਹੀ ਉਸ ਸਮੇਂ ਦਾ ਜੋ ਮਾਹੌਲ ਸੀ, ਕਿਉਂਕਿ ਲੋਕਾਂ ਦਾ ਜੋ ਗੁਰੂ ਹੁੰਦਾ ਸੀ ਉਹ ਬ੍ਰਾਹਮਣ ਹੀ ਹੋਇਆ ਕਰਦਾ ਸੀ, ਉਸ ਸਮੇਂ ਦੀ ਗੱਲ ਕਰਦੇ ਹਾਂ। ਸੋ ਬ੍ਰਾਹਮਣ ਨੂੰ ਬੁਲਾਇਆ, ਉਸਨੇ ਸ਼ੁਭ ਲਗਨ ਦੇਖੇ, ਚਿਹਨ ਚੱਕਰ ਪੜ੍ਹਿਆ, ਆਪਣੀ ਪੱਤਰੀ ਨੂੰ ਵਾਚਿਆ, ਦੇਖਿਆ ਕਿ ਲਗਨ ਸਾਰੇ ਸ਼ੁਭ ਨੇ, ਅੱਛੇ ਲਗਨ ਨੇ। ਬਾਲਕ ਦੇ ਕੇਸ ਦੇ ਜਿਹੜਾ ਸਰੀਰ ਹੈ ਇਸ ਵਿੱਚੋਂ ਜਿਵੇਂ ਸੂਰਜ ਦਾ ਪ੍ਰਕਾਸ਼ ਤੇਜ਼ ਪੈ ਰਿਹਾ, ਇਸ ਤਰ੍ਹਾਂ ਉਸ ਨੂੰ ਭਾਸਦਾ ਸੀ। ਸੋ ਰਵੀ ਆਖਿਆ ਜਾਂਦਾ ਸਾਧ ਸੰਗਤ ਜੀ ਸੂਰਜ ਨੂੰ। ਅਸੀਂ ਹਿੰਦੀ ਵਿੱਚ ਬੋਲਾਂਗੇ ਤਾਂ ਰ ਤੇ ਵਾ ਨੂੰ ਛੋਟੀ ਈ ਦੀ ਮਾਤਰਾ ਲੱਗਦੀ ਹੈ, ਤੇ ਪੰਜਾਬੀ 'ਚ ਬੋਲਾਂਗੇ ਅਸੀਂ ਅਰਬ ਆਖਾਂਗੇ। ਜਿਵੇਂ ਮਹਾਰਾਜ ਨੇ ਕਿਹਾ, ਰੱਬ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ। ਅਰਬ ਤੋਂ ਭਾਵ ਹੋ ਗਿਆ ਰਾਰਾ ਤੇ ਵਾਵੇ ਨੂੰ ਸਿਆਰੀ ਅਰਬ। ਜੇ ਅਸੀਂ ਇਸ ਅੱਖਰ ਨੂੰ ਹਿੰਦੀ 'ਚ ਬੋਲਾਂਗੇ ਤਾਂ ਉਸ ਨੂੰ ਅਰਬੀ ਬੋਲਿਆ ਜਾਏਗਾ। ਸੋ ਸਾਧ ਸੰਗਤ ਜੀ, ਰਵੀ ਆਖਿਆ ਜਾਂਦਾ ਹੈ ਸੂਰਜ ਨੂੰ, ਅਰਬ ਆਖਿਆ ਜਾਂਦਾ ਜਾਨੀ ਸੂਰਜ ਨੂੰ, ਸਸ ਆਖਿਆ ਜਾਂਦਾ ਚੰਦਰਮਾ ਨੂੰ। ਸੋ ਜਾਣੀ ਸੂਰਜ ਵਰਗਾ ਤੇਜ ਪ੍ਰਕਾਸ਼ ਇਹਨਾਂ ਵਿੱਚੋਂ ਭਾਸਦਾ ਸੀ ਉਸ ਪੰਡਤ ਜੀ ਨੂੰ।
ਤਾਂ ਇਹਨਾਂ ਦਾ ਨਾਮ ਰਵਿਦਾਸ ਜਾਂ ਰਵੀਦਾਸ, ਹਿੰਦੀ ਵਿੱਚ ਕਹਾਂਗੇ ਤਾਂ ਰਵੀਦਾਸ, ਪੰਜਾਬੀ ਵਿੱਚ ਕਹਾਂਗੇ ਤਾਂ ਰਵਿਦਾਸ। ਸੋ ਇਹਨਾਂ ਦਾ ਜਾਣੀ ਨਾਮ ਰੱਖਿਆ ਗਿਆ ਜੀ। ਰਵਿਦਾਸ ਜਾਣੀ ਅਸੀਂ ਪੰਜਾਬੀ ਬੋਲਦੇ ਹਾਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਾਂਗੇ ਅਸੀਂ ਰਵਿਦਾਸ ਹੀ ਆਖਾਂਗੇ। ਸੋ ਇਹਨਾਂ ਦਾ ਜਾਣੀ ਨਾਮਕਰਨ ਕੀਤਾ ਗਿਆ। ਸਾਧ ਸੰਗਤ ਜੀ, ਇਕਲੌਤਾ ਪੁੱਤਰ ਸੀ, ਮਾਤਾ ਪਿਤਾ ਨੂੰ ਬਹੁਤ ਲਾਡਲਾ ਸੀ। ਇਹਨਾਂ ਦੀ ਦਾਦੀ ਦਾ ਨਾਮ ਸੀ ਲਖਪਤੀ, ਉਹਨੂੰ ਵੀ ਬਹੁਤ ਜ਼ਿਆਦਾ ਲਾਡਲਾ ਸੀ, ਆਪਣੀ ਕੁੱਖੋਂ ਨਹੀਂ ਉਤਾਰਦੀ ਸੀ। ਕਦੇ ਭੰਗੂੜੇ ਵਿੱਚ ਝੂਲੇ ਚਲਾਉਂਦੀ ਸੀ। ਜਾਣੀ ਹਰ ਇੱਕ ਦਾ ਮਨ ਮੋਹਿਆ ਜਾਂਦਾ ਸੀ ਇਹਨਾਂ ਦੇ ਦਰਸ਼ਨ ਕਰਕੇ, ਕਿਉਂਕਿ ਇਹ ਸਾਰਾ ਪ੍ਰਤਾਪ ਭਗਤੀ ਦਾ ਹੁੰਦਾ ਹੈ। ਇਹਨਾਂ ਦੇ ਪੱਲੇ ਭਗਤੀ ਹੈ, ਪਰਮੇਸ਼ਰ ਵੱਲੋਂ ਬਖਸ਼ੀਆਂ ਹੋਈਆਂ ਰੂਹਾਂ ਹੁੰਦੀਆਂ ਨੇ। ਉਹਨਾਂ ਦੀ ਪਹਿਲਾਂ ਤੋਂ ਹੀ ਕਮਾਈ ਹੁੰਦੀ ਹੈ। ਪਰਮੇਸ਼ਰ ਆਪ ਕਿਰਪਾ ਕਰਕੇ ਸਾਧ ਬਿਠਾਏ ਆਪ ਹਰ, ਹਮ ਤੁਮ ਤੇ ਨਾਹੀ ਦੂਰ। ਜਿਹੜੇ ਸਾਧੂ ਨੇ ਪਰਮੇਸ਼ਰ ਵੱਲੋਂ ਭੇਜੇ ਜਾਂਦੇ ਨੇ, ਪਰਮੇਸ਼ਰ ਨੂੰ ਆਖਦੇ ਨੇ ਕਿ ਇਹ ਪਰਮੇਸ਼ਰ, ਅਸੀਂ ਮਾਇਆਵੀ ਜਗਤ ਵਿੱਚ ਜਾ ਰਹੇ ਹਾਂ ਤੇ ਸਾਡੀ ਰੱਖਿਆ ਕਰਨੀ। ਪਰਮੇਸ਼ਰ ਉਹਨਾਂ ਨੂੰ ਆਖਦਾ ਹੈ, ਸਾਧ ਬਿਠਾਏ ਆਪ ਹਰ, ਹਮ ਤੁਮ ਤੇ ਨਾਹੀ ਦੂਰ। ਮੈਂ ਤੁਹਾਡੇ ਤੋਂ ਦੂਰ ਹੋਵਾਂਗਾ ਹੀ ਨਹੀਂ, ਕਿਉਂਕਿ ਤੁਸੀਂ ਮੈਨੂੰ ਹਰ ਸਮੇਂ ਯਾਦ ਕਰੋਗੇ, ਮੈਂ ਤੁਹਾਡੇ ਅੰਗ ਸੰਗ ਹੀ ਰਹੂੰਗਾ ਹਰ ਸਮੇਂ। ਕਹਿ ਰਵਿਦਾਸ ਹਾਥ ਪੈ ਨੇਰੇ, ਸਹਿਜੇ ਹੋਏ ਸੋ ਹੋਈ। ਸਾਡੇ ਹੱਥ ਪੈਰ ਸਾਡੇ ਨਾਲੋਂ ਦੂਰ ਹੋ ਸਕਦੇ ਨੇ, ਪਰ ਪਰਮੇਸ਼ਰ ਇਸ ਤੋਂ ਵੀ ਜ਼ਿਆਦਾ ਨੇੜੇ ਹੈ ਸਾਡੇ। ਸਾਧ ਬਿਠਾਏ ਆਪ ਹਰ, ਹਮ ਤੁਮ ਤੇ ਨਾਹੀ ਦੂਰ। ਨਾਨਕ ਭਰਮ ਭਉ ਮਿਟ ਗਏ, ਰਮਣ ਰਾਮ ਭਰਪੂਰ। ਸੋ ਜਾਣੀ ਉਹਨਾਂ ਦੇ ਨਾਲ ਅੰਗ ਸੰਗ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਦਾ ਹੀ ਹੋਇਆ ਕਰਦਾ ਹੈ, ਕਿਉਂਕਿ ਬਖਸ਼ੀਆਂ ਹੋਈਆਂ ਰੂਹਾਂ ਹੁੰਦੀਆਂ ਨੇ। ਜਨਮ ਮਰਨ ਦੋਹੋਂ ਮੈਂ ਨਾਹੀ, ਜਨ ਬਰ ਉਪਕਾਰੀ ਆਏ। ਜੀ ਦਾਨ ਦੇ ਭਗਤੀ ਲਾਇਨ, ਹਰ ਸਿਉ ਲੈਨ ਮਿਲਾਏ। ਜਿਸ ਤਰ੍ਹਾਂ ਆਮ ਸੰਸਾਰੀ ਜੀਵ ਨੇ, ਇਹ ਜਨਮ ਮਰਨ ਦੇ ਚੱਕਰ ਵਿੱਚ ਆਉਂਦੇ ਨੇ, ਆਪਣੇ ਕੀਤੇ ਹੋਏ ਕਰਮਾਂ ਦਾ ਫਲ ਭੋਗਦੇ ਨੇ। ਸੋ ਜੇ ਫਿਰ ਆਪਣਾ ਭਜਨ ਸਿਮਰਨ ਬੰਦਗੀ ਕਰ ਲੈਣ ਤਾਂ ਇਹਨਾਂ ਦੀ ਖਲਾਸੀ ਹੋ ਸਕਦੀ ਹੈ, ਪਰ ਉਹ ਤਾਂ ਪਹਿਲਾਂ ਹੀ ਬਖਸ਼ੀਆਂ ਹੋਈਆਂ ਰੂਹਾਂ ਹੁੰਦੀਆਂ ਨੇ। ਉਹ ਜਨਮ ਮਰਨ ਦੇ ਚੱਕਰ ਵਿੱਚ ਨਹੀਂ ਆਉਂਦੇ। ਜੀਵਾਂ ਨੂੰ ਸਿੱਧੇ ਰਸਤੇ ਪਾਉਣ ਵਾਸਤੇ, ਜੀਵਾਂ ਦੀ ਕਲਿਆਣ ਕਰਨ ਵਾਸਤੇ ਉਹਨਾਂ ਦਾ ਅਵਤਾਰ ਹੋਇਆ ਕਰਦਾ ਹੈ। ਸੋ ਇਸੇ ਤਰ੍ਹਾਂ ਹੀ ਭਗਤ ਰਵਿਦਾਸ ਜੀ ਦਾ ਅਵਤਾਰ ਹੋਇਆ ਹੈ। ਸੋ ਅੱਜ ਬੇਅੰਤ ਸੰਗਤਾਂ ਉਹਨਾਂ ਦੇ ਅਵਤਾਰ ਦਿਹਾੜੇ ਨੂੰ ਮਨਾ ਰਹੀਆਂ ਨੇ। ਸਾਧ ਸੰਗਤ ਜੀ, ਦੂਸਰੀ ਬੇਨਤੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਵਿੱਚ ਇਹਨਾਂ ਨੂੰ ਭਗਤ ਲਿਖਿਆ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਨੇ। ਸੋ ਇਹ ਸ਼ੰਕਾ ਨਹੀਂ ਕਰਨੀ ਚਾਹੀਦੀ, ਭਗਤ ਕਹੀਏ ਕਿ ਗੁਰੂ ਕਹੀਏ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਨੂੰ ਮੱਥਾ ਟੇਕਦੇ ਹਾਂ ਤਾਂ ਸਾਰੇ ਭਗਤਾਂ ਨੂੰ ਮੱਥਾ ਟੇਕਿਆ ਗਿਆ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਮੱਥਾ ਟੇਕਣ ਨਾਲ ਉਹ ਸਾਰੇ ਭਗਤਾਂ ਦੀ ਬਾਣੀ ਨੂੰ, ਜਿਤਨੇ ਵੀ ਹੋਰ ਬਾਣੀਆਂ ਨੇ, ਗੁਰੂ ਸਾਹਿਬਾਨਾਂ ਦੀਆਂ ਬਾਣੀਆਂ ਨੇ, ਉਹ ਸਾਰਿਆਂ ਨੂੰ ਮੱਥਾ ਟੇਕ ਕੇ ਅਸੀਂ ਗੁਰੂ ਸਮਝ ਕੇ ਹੀ ਤਾਂ ਮੱਥਾ ਟੇਕਦੇ ਹਾਂ। ਅਸੀਂ ਕਿਹੜਾ ਐਂ ਕਹਿੰਦੇ ਕਿ ਇਹ ਗੁਰੂ ਨਹੀਂ ਹੈਗੇ। ਲੇਕਿਨ ਜੋ ਤਰਤੀਬ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਦਿੱਤੀ ਹੈ, ਉਹ ਵੀ ਸਾਨੂੰ ਮੰਨਣੀ ਪੈਣੀ ਹੈ। ਪਹਿਲਾਂ ਤਰਤੀਬ ਹੈ ਤੇ ਭਗਤ ਕਬੀਰ ਜੀ ਦੀ ਬਾਣੀ ਆਉਂਦੀ ਹੈ। ਦੂਸਰੇ ਨੰਬਰ ਦੇ ਉੱਪਰ ਭਗਤ ਨਾਮਦੇਵ ਜੀ ਦੀ ਬਾਣੀ ਆਉਂਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। ਤੀਸਰੇ ਨੰਬਰ ਦੇ ਉੱਪਰ ਭਗਤ ਰਵਿਦਾਸ ਜੀ ਦੀ ਬਾਣੀ ਆਉਂਦੀ ਹੈ। ਸੋ ਇਸ ਤਰ੍ਹਾਂ ਕਰਕੇ ਭਗਤਾਂ ਦੀਆਂ ਬਾਣੀਆਂ ਆਉਂਦੀਆਂ ਨੇ। ਉੱਥੇ ਮਹਾਰਾਜ ਜੀ ਨੇ ਭਗਤ ਲਿਖਿਆ ਹੈ, ਅਸੀਂ ਭਗਤ ਹੀ ਮੰਨਾਂਗੇ। ਤੇ ਲੇਕਿਨ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਨਾਲ ਤਾਂ ਸਭਨਾਂ ਨੂੰ ਗੁਰੂ ਸਮਝ ਕੇ ਹੀ ਅਸੀਂ ਮੱਥਾ ਟੇਕਦੇ ਹਾਂ। ਉਸ ਰੂਪ ਦੇ ਵਿੱਚ ਸਾਡੇ ਸਾਰੇ ਹੀ ਭਗਤਾਂ ਦੀ ਬਾਣੀ, ਸਾਰੇ ਗੁਰੂ ਸਾਹਿਬਾਨਾਂ ਦੀ ਬਾਣੀ ਸਾਡੀ ਗੁਰੂ ਹੈ। ਕਿਉਂਕਿ ਅਸੀਂ ਜੋ ਸਿੱਖਿਆ ਲੈਂਦੇ ਹਾਂ, ਅਸੀਂ ਸਿੱਖ ਬਣ ਕੇ, ਵਿਦਿਆਰਥੀ ਬਣ ਕੇ, ਚੇਲਾ ਬਣ ਕੇ, ਮੁਰੀਦ ਬਣ ਕੇ
ਅਸੀਂ ਜੋ ਸਿੱਖਿਆ ਲੈਂਦੇ ਹਾਂ ਉਹ ਅਸੀਂ ਜਿਤਨੀ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਤੋਂ ਲੈਂਦੇ ਹਾਂ ਜਾਂ ਬਾਕੀ ਗੁਰੂ ਸਾਹਿਬਾਨਾਂ ਦੀ ਬਾਣੀ ਤੋਂ ਲੈਂਦੇ ਹਾਂ, ਉਤਨੀ ਹੀ ਤਾਂ ਸਿੱਖਿਆ ਅਸੀਂ ਭਗਤ ਰਵਿਦਾਸ ਜੀ ਦੀ ਬਾਣੀ ਜਾਂ ਹੋਰ ਭਗਤ ਕਬੀਰ ਜੀ ਦੀ ਬਾਣੀ ਤੋਂ ਵੀ ਤਾਂ ਉਸ ਤਰ੍ਹਾਂ ਹੀ ਅਸੀਂ ਸਿੱਖਿਆ ਲੈਂਦੇ ਹਾਂ। ਜੋ ਸਿੱਖਿਆ ਲੈਣ ਵਾਲਾ ਹੁੰਦਾ ਹੈ ਉਹ ਸੇਵਕ ਹੁੰਦਾ ਹੈ, ਉਹ ਸਿੱਖ ਹੁੰਦਾ ਹੈ, ਮੁਰੀਦ ਹੁੰਦਾ ਹੈ, ਚੇਲਾ ਹੁੰਦਾ ਹੈ। ਜਿਸ ਦੁਆਰਾ ਸਿੱਖਿਆ ਦਿੱਤੀ ਜਾਂਦੀ ਹੈ ਉਹ ਗੁਰੂ ਹੁੰਦਾ ਹੈ। ਸੋ ਇੱਕ ਸਮੁੱਚੇ ਰੂਪ ਦੇ ਵਿੱਚ ਜਦ ਕਹਿ ਦੇਣਾ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤੋ ਸਭਨਾਂ ਨੂੰ ਇਹ ਗੁਰੂ ਆਖਿਆ ਗਿਆ ਭਾਈ। ਇਸ ਕਰਕੇ ਵਹਿਮ ਸ਼ੱਕ ਨਾ ਕਰੋ, ਸਿੱਖਾਂ ਦੇ ਨਾਲ ਈਰਖਾ ਨਾ ਪਾਈ ਕਰਿਆ ਕਰੋ। ਸੋ ਸਿੱਖ ਮਨਾ ਤਾਂ ਰਹੇ ਨੇ ਨਾ ਗੁਰਪੁਰਬ, ਭਗਤ ਕਹਿ ਕੇ ਮਨਾ ਰਹੇ ਨੇ। ਮਸਜਿਦਾਂ ਵਿੱਚ ਜਾਂ ਮੰਦਰਾਂ ਵਿੱਚ ਤਾਂ ਮਨਾਇਆ ਹੀ ਨਹੀਂ ਜਾਂਦਾ, ਉਹਨਾਂ ਨਾਲੋਂ ਤਾਂ ਸਿੱਖ ਭਾਈ ਚੰਗੇ ਨੇ। ਸੋ ਇਸ ਕਰਕੇ ਇਹਨਾਂ ਜੰਜਾਲਾਂ ਵਿੱਚੋਂ ਅਸੀਂ ਨਿਕਲੀਏ। ਸਿੱਖਾਂ ਦੇ ਮਨ ਵਿੱਚ ਬਹੁਤ ਜ਼ਿਆਦਾ ਪਿਆਰ ਹੈ, ਤਾਂ ਹੀ ਉਸ ਦੇ ਸੰਬੰਧ ਵਿੱਚ ਅਖੰਡ ਪਾਠ ਸਾਹਿਬ ਆਰੰਭ ਕਰਵਾਏ ਜਾਂਦੇ ਨੇ, ਲੰਗਰ ਚਲਾਏ ਜਾਂਦੇ ਨੇ, ਕਥਾ ਕੀਰਤਨ ਦੇ ਪ੍ਰਵਾਹ ਚਲਾਏ ਜਾਂਦੇ ਨੇ। ਜੇ ਭਗਤ ਰਵਿਦਾਸ ਜੀ ਨਾਲ ਪਿਆਰ ਆ ਤਾਂ ਹੀ ਤਾਂ ਇਹ ਹੋ ਰਿਹਾ ਨਾ। ਸੋ ਇਸ ਕਰਕੇ ਭਾਈ ਸਭਨਾਂ ਨੂੰ ਰਲ ਮਿਲ ਕੇ ਪਿਆਰ ਦੇ ਨਾਲ ਰਹਿਣਾ ਚਾਹੀਦਾ ਹੈ ਤੇ ਪਰਮੇਸ਼ਰ ਦੇ ਗੁਣ ਗਾਉਣੇ ਚਾਹੀਦੇ ਨੇ, ਨਾਮ ਜਪਣਾ, ਸੇਵਾ ਸਿਮਰਨ ਕਰਨਾ, ਇਸ ਪਾਸੇ ਵੱਲ ਸਾਨੂੰ ਵੱਧ ਤੋਂ ਵੱਧ ਧਿਆਨ ਦੇਣਾ ਚਾਹੀਦਾ ਹੈ। ਸੋ ਸਾਧ ਸੰਗਤ ਜੀ, ਇਸ ਤਰ੍ਹਾਂ ਕਰਕੇ ਭਗਤ ਰਵਿਦਾਸ ਜੀ ਦਾ ਅਵਤਾਰ ਹੋਇਆ ਬਨਾਰਸ ਦੀ ਧਰਤੀ ਦੇ ਉੱਪਰ। ਸਮਾਂ ਬੀਤਦਾ ਗਿਆ, ਕੁਝ ਸਮਾਂ ਹੋਇਆ ਤੇ ਥੋੜ੍ਹੇ ਜਿਹੇ ਵੱਡੇ ਹੋਏ। ਜਦੋਂ ਇਹਨਾਂ ਦੀ ਉਮਰ 5 ਸਾਲ ਦੀ ਹੋ ਗਈ ਤਾਂ ਫਿਰ ਇਹਨਾਂ ਨੂੰ ਸੋਚਿਆ ਕਿ ਪੜ੍ਹਨ ਵਾਸਤੇ ਭੇਜਿਆ ਜਾਵੇ। ਵਿਚਾਰਾਂ ਕੀਤੀਆਂ ਗਈਆਂ ਕਿ ਇਹਨਾਂ ਨੂੰ ਕਿੱਥੇ ਪੜ੍ਹਾਈਏ, ਕਿਉਂਕਿ ਜਿਹੜਾ ਪੰਡਤ ਸ਼ਾਰਦਾਨੰਦ ਸੀ, ਇਸ ਦੀ ਕਾਫੀ ਵੱਡੀ ਪਾਠਸ਼ਾਲਾ ਸੀ। ਸੋ ਉੱਥੇ ਇਹਨਾਂ ਦੇ ਪਿਤਾ ਜੀ ਸੰਤੋਖ ਦਾਸ ਜੀ ਲੈ ਕੇ ਜਾਂਦੇ ਨੇ ਆਪਣੇ ਬੱਚੇ ਨੂੰ ਨਾਲ, ਜਿਵੇਂ ਕੁਛ ਪ੍ਰਸਾਦ ਲੈ ਲਿਆ, ਪਤਾਸੇ ਲੈ ਲਏ, ਕੁਛ ਮਾਇਆ ਭੇਟਾ ਲੈ ਲਈ। ਸੋ ਲੈ ਕੇ ਜਾਂਦੇ ਨੇ ਤਾਂ ਉੱਥੇ ਦਾਖਲਾ, ਜਾਣੀ ਸਮਝ ਲਓ ਜਿਵੇਂ ਹੁਣ ਦੀ ਬੋਲੀ 'ਚ ਆਪਾਂ ਕਹੀਏ, ਉਸ 'ਤੇ ਦਾਖਲ ਕਰਵਾ ਦਿੱਤਾ। ਤੇ ਪੰਡਤ ਜੀ ਨੇ ਜਿਹੜਾ ਪ੍ਰਸ਼ਾਦ ਤੇ ਪਤਾਸਿਆਂ ਦਾ, ਉਹ ਬਾਕੀ ਜਿਹੜੇ ਵਿਦਿਆਰਥੀ ਸੀ ਉਹਨਾਂ ਵਿੱਚ ਵੰਡਤਾ ਤੇ ਬਾਕੀ ਬਾਲਕ ਨੂੰ ਉੱਥੇ ਬਿਠਾ ਲਿਆ। ਉਹ ਪੜ੍ਹਾਉਣ ਲੱਗਦੇ ਨੇ ਹੁਣ ਭਗਤ ਰਵਿਦਾਸ ਜੀ ਨੂੰ। ਜਿਵੇਂ ਇਸ ਤਰ੍ਹਾਂ ਹੁੰਦਾ ਸ਼ੁਰੂਆਤ, ਜਿਵੇਂ ਕਾ ਖਾ ਗਾ ਹਿੰਦੀ ਦੇ ਵਿੱਚ ਇਸ ਤਰ੍ਹਾਂ ਪੜ੍ਹਾਇਆ ਜਾਂਦਾ ਹੈ। ਜਦੋਂ ਪੜ੍ਹਾਉਣ ਲੱਗਦੇ ਨੇ ਤਾਂ ਇਹ ਚੁੱਪ ਕਰ ਜਾਂਦੇ ਨੇ, ਅੱਗੋਂ ਪਿੱਛੇ ਨਹੀਂ ਬੋਲਦੇ। ਪਿੱਛੇ ਜਦੋਂ ਨਹੀਂ ਬੋਲਿਆ, ਚੁੱਪ ਕਰ ਗਏ, ਤਾਂ ਉੱਥੇ ਜਿਹੜੇ ਹੋਰ ਪੰਡਿਤ, ਜੋਤਸ਼ੀ, ਜੋਗੀ, ਸੰਨਿਆਸੀ ਉਸ ਸਥਾਨ ਦੇ ਉੱਪਰ ਬੈਠੇ ਸਨ, ਉਹ ਵੀ ਆ ਗਏ। ਦੇਖਦੇ ਨੇ ਕਿ ਬਾਲਕ ਬੋਲਦਾ ਕੁਝ ਵੀ ਨਹੀਂ ਹੈ, ਪਰ ਬਾਲਕ ਦਾ ਤੇਜ ਬੜਾ ਪ੍ਰਤਾਪ ਹੈ, ਪ੍ਰਤਾਪ ਬੜਾ ਤੇਜ ਹੈ ਇਸਦਾ, ਤੇ ਪਰ ਬੋਲਦਾ ਨਹੀਂ ਹੈ। ਫਿਰ ਉਹ ਸੋਚਣ ਲੱਗੇ, ਹੱਸਣ ਲੱਗੇ, ਕਹਿੰਦੇ ਨੀਚ ਜਾਤ ਦਾ ਹੈ, ਚਮਾਰ ਜਾਤ ਦਾ ਹੈ, ਕਿਉਂਕਿ ਇਹਨਾਂ ਦੀ ਜਾਤ ਚਮਾਰ ਸੀ, ਜੋਤ ਇਹਨਾਂ ਦਾ ਜੱਸੀ ਸੀ, ਤੇ ਜਾਣੀ ਜੱਸੀ ਗੋਤਰ ਦੇ ਵਿੱਚੋਂ ਸੀ। ਪਰ ਸਾਧ ਸੰਗਤ ਜੀ, ਸਾਨੂੰ ਗੁਰਮਤਿ ਦੇ ਵਿੱਚ ਤਾਂ, ਕਿਉਂਕਿ ਗੁਰਮਤਿ ਫਿਰ ਇਸ ਤੋਂ ਬਾਅਦ 10ਵੇਂ ਪਾਤਸ਼ਾਹ ਮਹਾਰਾਜ ਜੀ ਨੇ ਸਾਰੀਆਂ ਗੱਲਾਂ ਕੀਤੀਆਂ ਨੇ, ਜਾਣੀ ਜਾਤਾਂ ਗੋਤਾਂ ਵਿੱਚ ਸਾਨੂੰ ਨਹੀਂ ਪੈਣਾ ਚਾਹੀਦਾ। ਖਾਲਸੇ ਦੀ ਤਾਂ ਕੋਈ ਜਾਤ ਹੀ ਨਹੀਂ ਹੁੰਦੀ। ਜਿਸ ਨੇ ਅੰਮ੍ਰਿਤ ਛਕ ਲਿਆ ਉਹ ਨਾ ਬ੍ਰਾਹਮਣ ਹੈ, ਨਾ ਖੱਤਰੀ ਹੈ, ਨਾ ਸੂਦਰ ਹੈ, ਨਾ ਵੈਸ ਹੈ, ਉਹ ਖਾਲਸਾ ਹੈ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਖਾਲਸਾ ਹੈਗਾ। ਸੋ ਪਰ ਉਸ ਸਮੇਂ ਵਿੱਚ ਜੋ ਰੀਤੀ ਰਿਵਾਜ ਸਨ, ਜਿਸ ਤਰ੍ਹਾਂ ਚੱਲਦਾ ਸੀ, ਆਪਾਂ ਕੇਵਲ ਉਸ ਦੀ ਗੱਲ ਕਰਦੇ ਹਾਂ ਸਾਧ ਸੰਗਤ ਜੀ। ਇਸ ਕਰਕੇ ਵਹਿਮ ਨਹੀਂ ਕਰਨਾ ਕਿ ਆਪਾਂ ਕੋਈ ਜਾਤ ਦੱਸ ਰਹੇ ਹਾਂ ਜਾਂ ਗੋਤਰ ਦੱਸ ਰਹੇ ਹਾਂ, ਇਹਦਾ ਵਹਿਮ ਹੀ ਨਹੀਂ ਕਰੀਦਾ। ਸੋ ਇਸ ਤਰੀਕੇ ਨਾਲ ਜਦ ਉਹ ਦੇਖਦੇ ਨੇ ਸਾਰੇ ਪੰਡਿਤ, ਜੋਤਸ਼ੀ, ਸੰਨਿਆਸੀ, ਜੋਗੀ ਕਿ ਬਾਲਕ ਬੋਲ ਨਹੀਂ ਰਿਹਾ ਤੇ ਬਾਲਕ ਚੁੱਪ ਹੈ ਬਿਲਕੁਲ, ਤਾਂ ਉਹ ਹੱਸਦੇ ਨੇ ਕਿ ਇਸ ਨੀਚ ਦੇ ਕਰਮਾਂ ਵਿੱਚ ਕਿੱਥੇ ਹੈ ਲਿਖੀ ਹੋਈ। ਸੋ ਇਸ ਤਰ੍ਹਾਂ ਕਰਕੇ ਇਹ ਵਿੱਦਿਆ ਨਹੀਂ ਪ੍ਰਾਪਤ ਕਰ ਸਕਦਾ,
ਇਹਦੇ ਕਰਮਾਂ ਵਿੱਚ ਵਿਦਿਆ ਨਹੀਂ ਲਿਖੀ ਹੋਈ ਹੈ। ਇਹ ਨੀਚ ਜਾਤ ਦਾ ਹੈ, ਇਸਨੇ ਕੀ ਪੜ੍ਹਨਾ ਹੈ, ਇਹ ਕਿੱਥੋਂ ਵਿਦਵਾਨ ਬਣ ਸਕਦਾ ਹੈ। ਇਸ ਦੇ ਕਰਮਾਂ ਵਿੱਚ ਜਿਹੜੀ ਪੜ੍ਹਾਈ ਹੈ ਇਹ ਨਹੀਂ ਲਿਖੀ ਹੋਈ। ਸੋ ਇਸ ਤਰ੍ਹਾਂ ਕਰਕੇ ਉਹ ਹੱਸਦੇ ਨੇ। ਉਸ ਤੋਂ ਬਾਅਦ ਭਗਤ ਰਵਿਦਾਸ ਜੀ ਗੰਭੀਰਤਾ ਦੇ ਵਿੱਚ ਆਏ, ਚਿਹਰੇ ਤੇ ਲਾਲੀ ਆਈ, ਪਰਮੇਸ਼ਰ ਦਾ ਜਲਾਲ ਆਇਆ, ਕਿਉਂਕਿ ਪਰਮੇਸ਼ਰ ਹਰ ਸਮੇਂ ਅੰਗ ਸੰਗ ਹੁੰਦਾ ਹੈ। ਤਾਂ ਉੱਤੇ ਉਹਨਾਂ ਨੇ ਇੱਕ ਸ਼ਬਦ ਉਚਾਰਨ ਕੀਤਾ ਜਿਹੜਾ ਕਿ ਰਾਮਕਲੀ ਰਾਗ ਦੇ ਵਿੱਚ ਦਰਜ ਹੈ। ਰਾਮਕਲੀ ਬਾਣੀ ਭਗਤ ਰਵਿਦਾਸ ਜੀ ਕੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉੱਤੇ ਉਹਨਾਂ ਨੇ ਉਚਾਰਨ ਕੀਤਾ ਹੈ ਸ਼ਬਦ। ਸਾਧ ਸੰਗਤ ਜੀ, ਆਓ ਸਾਰੇ ਆਪਾਂ ਪਿਆਰ ਨਾਲ ਇਸ ਸ਼ਬਦ ਦੀ ਆਪਾਂ ਵਿਚਾਰ ਸਾਂਝੀ ਕਰੀਏ ਜੀ। ਪੜ੍ਹੀਐ ਗੁਣੀਐ ਨਾਮ ਸਭ ਸੁਣੀਐ, ਅਨਭਉ ਭਉ ਨਾ ਦਰਸੈ। ਲੋਹਾ ਕੰਚਨ ਹਿਰਨ ਹੋਇ ਕੈਸੀ, ਜੋ ਪਾਰਸ ਨਾ ਪਰਸੈ। ਦੇਵ ਸੰਸ ਗਾਂਠ ਨਾ ਛੂਟੈ, ਕਾਮ ਕ੍ਰੋਧ ਮਾਇਆ ਮਦ ਮਤਸਰ। ਇਨ ਪੰਜ ਮਿਲ ਲੂਟੇ ਰਹਾਉ, ਹਮ ਬੜ ਕਬ ਕੁਲੀਨ ਹਮ ਪੰਡਤ, ਹਮ ਜੋਗੀ ਸੰਨਿਆਸੀ। ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬੈ ਨਾ ਨਾਸੀ। ਕਹਿ ਰਵਿਦਾਸ ਸਭੈ ਨਹੀਂ ਸਮਝਿਸ, ਭੂਲ ਪਰੇ ਜੈਸੇ ਮੋਰੇ। ਮੋਹਿ ਆਧਾਰ ਨਾਮ ਨਾਰਾਇਣ, ਜੀਵਨ ਪ੍ਰਾਨ ਧਨ ਮੋਰੇ। ਇਹ ਸ਼ਬਦ ਉਚਾਰਨ ਕੀਤਾ ਤਾਂ ਉੱਥੇ ਉਹ ਦੰਗ ਰਹਿ ਗਏ ਕਿ ਬੱਚਾ ਇਤਨੀ ਵੱਡੀ ਗੱਲ ਬੋਲ ਰਿਹਾ ਹੈ। ਜਿਹੜਾ ਅਸੀਂ ਪੜ੍ਹਦੇ ਹਾਂ ਇਹ ਤਾਂ ਬ੍ਰਹਮ ਗਿਆਨ ਦੀਆਂ ਗੱਲਾਂ ਕਰ ਰਿਹਾ ਹੈ। ਸਾਨੂੰ ਪੜ੍ਹ ਕੇ ਅਸੀਂ ਇੱਥੇ ਨਹੀਂ ਹਾਲੇ ਤੱਕ ਪਹੁੰਚੇ ਜਿੱਥੇ ਪਹਿਲੀ ਪਹੁੰਚਿਆ ਹੋਇਆ ਹੈ। ਇਹ ਤਤਸਾਰ ਵਸਤੂ ਦੀ ਗੱਲ ਕਰ ਰਿਹਾ ਹੈ ਕਿ ਤਤਸਾਰ ਕੀ ਚੀਜ਼ ਹੈ। ਉਹਨਾਂ ਨੇ ਆਖਿਆ ਪੜ੍ਹੀ ਹੈ, ਗੁਣੀ ਹੈ, ਨਾਮ ਸਭ ਸੁਣੀ ਹੈ, ਅਨੁਭਵ ਭਾਉ ਨਾ ਦਰਸੈ। ਕਿ ਪੰਡਿਤ ਜੀ ਤੁਸੀਂ ਪੜ੍ਹਦੇ ਹੋ, ਤੁਸੀਂ ਵਿਚਾਰ ਕਰਦੇ ਹੋ, ਸ਼ਬਦ ਦੀ ਕਥਾ ਕਰਦੇ ਹੋ, ਤੁਸੀਂ ਪੜ੍ਹੀ ਹੈ। ਜੋ ਗੁਣੀਆਂ ਦਾ ਅਰਥ ਹੁੰਦਾ ਹੈ ਇਹ ਵਿਚਾਰ ਕਰਨਾ ਹੁੰਦਾ ਹੈ। ਸਾਧ ਸੰਗਤ ਜੀ, ਪੜ੍ਹੀ ਹੈ, ਗੁਣੀਆਂ, ਨਾਮ ਸਭ ਸੁਣੀ ਹੈ। ਤੁਸੀਂ ਪਰਮੇਸ਼ਰ ਦੇ ਵੱਖ-ਵੱਖ ਨਾਮਾਂ ਨੂੰ ਵੀ ਸੁਣਦੇ ਹੋ। ਅਨੁਭਵ ਭਾਉ ਨਾ ਦਰਸੈ। ਅਨੁਭਵ ਜੋ ਅਨੁਭਵੀ ਪ੍ਰਕਾਸ਼ ਹੁੰਦਾ, ਜੋ ਅਨੁਭਵੀ ਦਰਸ਼ਨ ਹੁੰਦੇ ਨੇ ਸਾਧ ਸੰਗਤ ਜੀ, ਉਹ ਜਿਸ ਤਰ੍ਹਾਂ ਕਿ ਪ੍ਰਤੱਖ ਦਰਸ਼ਨ ਹੁੰਦੇ ਨੇ ਉਸ ਨੂੰ ਅਨੁਭਵ ਆਖਦੇ ਨੇ। ਅਨੁਭਵ ਭਾਉ ਨਾ ਦਰਸੈ। ਸੋ ਅਨੁਭਵੀ ਪ੍ਰਕਾਸ਼ ਦੇ ਦਰਸ਼ਨ ਨਹੀਂ ਹੁੰਦੇ ਤੇ ਮਨ ਦੇ ਵਿੱਚ ਪਿਆਰ ਨਹੀਂ ਆਉਂਦਾ। ਪੜ੍ਹ ਵੀ ਲਿਆ, ਸੁਣ ਵੀ ਲਿਆ, ਕਥਾ ਵੀ ਕਰ ਲਈ, ਪਰ ਜੇ ਮਨ ਵਿੱਚ ਪਿਆਰ ਹੀ ਨਹੀਂ ਲੱਗਿਆ, ਦਰਸ਼ਨ ਹੀ ਨਾ ਹੋਏ, ਫਿਰ ਫਾਇਦਾ ਕੀ ਹੈ। ਇਸ ਤੋਂ ਅਸੀਂ ਅੱਗੇ ਵਧਣਾ ਹੁੰਦਾ ਸਾਧ ਸੰਗਤ ਜੀ। ਸੋ ਉਹਨਾਂ ਨੂੰ ਆਖਿਆ ਕਿ ਹੇ ਪੰਡਤ ਲੋਕੋ, ਜੋਗੀਓ, ਸੰਨਿਆਸੀਓ, ਕਿ ਤੁਸੀਂ ਪੜ੍ਹਦੇ ਹੋ, ਸਾਰਾ ਕੁਛ ਕਰਦੇ ਹੋ, ਪਰ ਤੁਹਾਨੂੰ ਪਰਮੇਸ਼ਰ ਦੇ ਦਰਸ਼ਨ ਹੋਏ ਵੇ ਨੇ। ਉਹ ਕਹਿੰਦੇ ਨਹੀਂ ਦਰਸ਼ਨ ਹੋਏ ਵੇ। ਫਿਰ ਉੱਥੇ ਇੱਕ ਉਦਾਹਰਨ ਦਿੰਦੇ ਨੇ, ਲੋਹਾ ਕੰਚਨ ਹਿਰਨ ਹੋਏ ਕੈਸੇ, ਜੋ ਪਰਸੈ ਨਾ ਪਰਸੈ। ਕਹਿੰਦੇ ਜਿਹੜਾ ਲੋਹਾ ਨਾ ਇਹ ਕੰਚਨ ਨਹੀਂ ਬਣ ਸਕਦਾ ਜਦੋਂ ਤੱਕ ਇਹ ਪਾਰਸ ਨਾਲ ਸਪਰਸ਼ ਨਹੀਂ ਕਰਦਾ। ਪਾਰਸ ਨਾਲ ਇਹ ਮਿਲੇਗਾ ਤਾਂ ਹੀ ਲੋਹਾ ਕੰਚਨ ਬਣੇਗਾ, ਯਾਨੀ ਸੋਨਾ ਬਣੇਗਾ। ਜਦੋਂ ਸਪਰਸ਼ ਨਹੀਂ ਕਰਦਾ ਲੋਹਾ ਕੰਚਨ ਹਿਰਨ ਹੋਏ ਕੈਸੇ। ਹਿਰਨ ਤੋਂ ਅਰਥ ਹੁੰਦਾ ਸਾਧ ਸੰਗਤ ਜੀ, ਜਿਸ ਤਰ੍ਹਾਂ ਅਸੀਂ ਕਹਿੰਦੇ ਹਾਂ ਸ਼ੁੱਧ ਸੋਹਾ ਜੋ ਸੋਨਾ ਹੈ, ਸ਼ੁੱਧ ਜਾਣੀ ਸੋਨਾ, ਜਿਹਨੂੰ ਅਸੀਂ ਕਹਿੰਦੇ ਹਾਂ ਕਿ ਇੰਨੇ ਕੈਰਟ ਦਾ ਸੋਨਾ ਹੈ, 12 ਬੰਨੀ ਦਾ ਸੋਨਾ ਹੈ, ਜਾਣੀ ਸੰਪੂਰਨ ਰੂਪ ਵਿੱਚ ਜੋ ਸ਼ੁੱਧ ਹੁੰਦਾ ਹੈ ਸੋਨਾ,
ਉਹ ਕਿਸ ਤਰ੍ਹਾਂ ਬਣ ਸਕਦਾ ਹੈ? ਜਾਣੀ ਨਹੀਂ ਬਣ ਸਕਦਾ। ਸੋ ਸਾਧ ਸੰਗਤ ਜੀ, ਜਿਹੜਾ ਪੜ੍ਹਨਾ ਹੈ, ਸੁਣਨਾ ਹੈ, ਇਸ ਦਾ ਲਾਭ ਹੈ, ਪਰ ਇਸ ਤੋਂ ਅੱਗੇ ਵਧਣਾ ਹੁੰਦਾ ਹੈ। ਉਸ ਤੋਂ ਅੱਗੇ ਹੈ ਅਭਿਆਸ ਕਰਨਾ, ਪਰਮੇਸ਼ਰ ਦੀ ਬਾਣੀ ਦਾ ਵਾਰ-ਵਾਰ, ਨਾਮ ਦਾ ਵਾਰ-ਵਾਰ, ਮੂਲ ਮੰਤਰ ਦਾ ਵਾਰ-ਵਾਰ ਅਭਿਆਸ ਕਰਨਾ। ਜੇ ਇਕੱਲਾ ਪੜ੍ਹਨਾ ਹੀ ਆ, ਉਸੇ ਦੀ ਅਸੀਂ ਹੰਕਾਰ ਧਾਰਨ ਕਰਕੇ ਬੈਠ ਗਏ। ਸੋ ਪੜ੍ਹ ਕੇ ਤਾਂ ਅਸੀਂ ਹੰਕਾਰ ਨੂੰ ਮਿਟਾਉਣਾ ਸੀ। ਮਹਾਰਾਜ ਆਖਦੇ ਨੇ, ਪੜ੍ਹਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ। ਜੇ ਪੜ੍ਹ ਲਿਖ ਕੇ ਬੰਦਾ ਹੰਕਾਰ ਕਰਦਾ ਹੈ, ਮਹਾਰਾਜ ਕਹਿੰਦੇ ਉਹ ਤਾਂ ਮੂਰਖ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਫਰਮਾਨ ਕਰਦੇ ਨੇ, ਜਿਹੜਾ ਪੜ੍ਹਨਾ ਹੈ ਸੋ ਕੇਵਲ ਹੋਕਾ ਪੜ੍ਹਨਾ, ਇਹ ਜਿਤਨਾ ਮਰਜ਼ੀ ਸਮੇਂ ਅਸੀਂ ਪੜ੍ਹ ਲਈਏ, ਸੋ ਉਸ ਦਾ ਕੋਈ ਲਾਭ ਨਹੀਂ ਹੈ। ਜੇ ਪੜ੍ਹ ਕੇ ਇੱਕ ਅਕਾਲ ਪੁਰਖ ਵਾਹਿਗੁਰੂ ਨਾਲ ਨਹੀਂ ਜੁੜਿਆ ਜਾਂਦਾ, ਤਾਂ ਜਿਤਨੇ ਸਾਲਾਂ ਦੇ ਸਾਲ ਬੱਧੀ ਜਾਂ ਮਹੀਨਿਆਂ ਦੇ ਮਹੀਨੇ ਅਸੀਂ ਜਿਤਨਾ ਮਰਜ਼ੀ ਦਿਨ ਰਾਤ ਅਸੀਂ ਪੜ੍ਹੀ ਜਾਈਏ, ਪਰ ਜੇ ਪੜ੍ਹ ਕੇ ਪਰਮੇਸ਼ਰ ਦਾ ਨਾਮ ਹੀ ਨਹੀਂ ਜਪਣ ਲੱਗਿਆ, ਫਿਰ ਜਾਣੀ ਕੋਈ ਲਾਭ ਨਹੀਂ ਹੋਇਆ ਕਰਦਾ। ਸੋ ਇਸੇ ਤਰ੍ਹਾਂ ਭਗਤ ਕਬੀਰ ਜੀ ਵੀ ਫਰਮਾਨ ਕਰਦੇ ਨੇ ਸਾਧ ਸੰਗਤ ਜੀ, ਤੇ ਹੋਰ ਬਾਣੀਆਂ ਦੇ ਵਿੱਚ ਫਰਮਾਨ ਆਉਂਦਾ ਹੈ, ਕਿਆ ਪੜ੍ਹੀਐ ਕਿਆ ਗੁਣੀਐ, ਕਿਆ ਵੇਦ ਪੁਰਾਨਾ ਸੁਣੀਐ, ਬੜੇ ਸੁਨੇ ਕਿਆ ਹੋਈ, ਜੋ ਸਹਿਜ ਨ ਮਿਲਿਓ ਸੋਈ। ਹਰ ਕਾ ਨਾਮ ਨ ਜਪ ਸਕਵਾਰਾ, ਕਿਆ ਸੋਚੈ ਬਾਰੰਬਾਰ। ਪੜ੍ਹਨ ਸੁਣਨ ਨਾਲ ਕੀ ਬਣ ਜਾਣਾ, ਜਦੋਂ ਸਹਿਜ ਅਵਸਥਾ ਹੀ ਨਹੀਂ ਪ੍ਰਾਪਤ ਹੋਈ, ਆਤਮਿਕ ਅਡੋਲ ਅਵਸਥਾ ਦੇ ਵਿੱਚ ਹੀ ਨਹੀਂ ਆਇਆ, ਪਰਮੇਸ਼ਰ ਨਾਲ ਮਿਲਾਪ ਹੀ ਨਹੀਂ ਹੋਇਆ। ਮਹਾਰਾਜ ਕਹਿੰਦੇ ਕੀ ਵਾਰ-ਵਾਰ ਸੋਚਦਾ ਹੈ? ਭਗਤ ਕਬੀਰ ਜੀ ਕਹਿੰਦੇ, ਤੂੰ ਪਰਮੇਸ਼ਰ ਦਾ ਨਾਮ ਜਪ, ਨਾਮ ਜਪੇਗਾ ਤਦ ਹੀ ਤੇਰਾ ਭਲਾ ਹੋਏਗਾ। ਹੋਕਾ ਗੱਲਾਂ ਪੜ੍ਹਨ ਨਾਲ ਨਹੀਂ ਗੱਲ ਬਣਨੀ, ਤੇ ਪਰਮੇਸ਼ਰ ਦਾ ਨਾਮ ਜਪਣ ਨਾਲ ਤਾਂ ਤੇਰਾ ਪਾਰ ਉਤਾਰਾ ਹੋਏਗਾ। ਸੋ ਕੱਲਾ ਪੜ੍ਹਨ ਨਾਲ ਨਹੀਂ। ਮਹਾਰਾਜ ਕਹਿੰਦੇ, ਨਾਨਕ ਲੇਖੈ ਇੱਕ ਗੱਲ, ਹੋਰ ਹਉਮੈ ਝਖਣਾ ਝਾਕ। ਤੇ ਪੜ੍ਹਨ, ਕੱਲਾ ਪੜ੍ਹਨਾ ਇਸ ਦਾ ਬਹੁਤਾ ਲਾਭ ਨਹੀਂ ਹੈ। ਸੋ ਪੜ੍ਹਨ ਦਾ ਉਂਝ ਲਾਭ ਹੈ, ਕਿਉਂਕਿ ਪੜ੍ਹ ਕੇ ਹੀ ਸਾਨੂੰ ਗਿਆਨ ਹੋਣਾ ਹੈ, ਜਿਹੜਾ ਅੱਖਰੀ ਗਿਆਨ ਆ। ਅੱਖਰੀ ਗਿਆਨ ਤੋਂ ਬਾਅਦ ਫਿਰ ਅਸੀਂ ਜੋ ਯਥਾਰਥ ਗਿਆਨ ਆ ਉਸ ਵੱਲ ਅਸੀਂ ਜਾਣਾ ਹੈ। ਸੋ ਜਦੋਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨਰਮਦਾ ਨਦੀ ਦੇ ਕਿਨਾਰੇ ਤੇ ਗਏ ਨੇ, ਉੱਥੇ ਸਾਧ ਸੰਗਤ ਜੀ ਓਮਕਾਰ ਦਾ ਮੰਦਰ ਬਣਿਆ ਹੋਇਆ ਹੈ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉੱਥੇ ਦੱਖਣੀ ਓਮਕਾਰ ਨਾਮ ਦੀ ਬਾਣੀ ਉਚਾਰਨ ਕੀਤੀ ਹੈ। ਜਾਣੀ ਸਤਿਗੁਰੂ ਮਹਾਰਾਜ ਜੀ ਜਦੋਂ ਦੱਖਣ ਵੱਲ ਨੂੰ ਗਏ ਨੇ, ਉੱਥੇ ਫਿਰ ਦੱਖਣੀ ਓਮਕਾਰ ਦੀ ਬਾਣੀ ਉਚਾਰਨ ਕੀਤੀ ਹੈ। ਉੱਥੇ ਪੰਡਤ ਨਾਲ ਵੀ ਅਸੀਂ ਮਹਾਰਾਜ ਜੀ ਦੀ ਚਰਚਾ ਹੁੰਦੀ ਹੈ। ਸੋ ਉਹਨੂੰ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਫਰਮਾਨ ਕਰਦੇ ਨੇ, ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਸੁਣ ਪਾਂਡੇ ਕਿਆ ਲਿਖੋ ਜੰਜਾਲਾ। ਸੁਣ ਪਾਂਡੇ ਕਿਆ ਲਿਖੋ ਜੰਜਾਲਾ, ਸੁਣ ਪਾਂਡੇ ਕਿਆ ਲਿਖੋ ਜੰਜਾਲਾ। ਲਿਖ ਰਾਮ ਨਾਮ ਗੁਰਮੁਖ ਗੋਪਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਲਿਖ ਰਾਮ ਨਾਮ ਗੁਰਮੁਖ ਗੋਪਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਲਿਖ ਰਾਮ ਨਾਮ ਗੁਰਮੁਖ ਗੋਪਾਲਾ, ਲਿਖ ਰਾਮ ਨਾਮ ਗੁਰਮੁਖ ਗੋਪਾਲਾ। ਪਾਦਾ ਪੜਿਆ ਆਖੀਐ, ਵਿਦਿਆ ਵਿਚਰੈ ਸਹਿਜ ਸੁਭਾਈ। ਪੜਿਆ ਹੋਇਆ ਪਾਦਾ, ਪੜਿਆ ਹੋਇਆ ਪੰਡਿਤ ਕਿਸ ਨੂੰ ਆਖਿਆ ਜਾਂਦਾ ਹੈ? ਜਿਹੜਾ ਕਿ ਵਿਦਿਆ ਦੇ ਵਿੱਚ ਆਪਣਾ ਜੀਵਨ ਵਿਚਾਰੇ, ਵਿਦਿਆ ਦੇ ਮੁਤਾਬਕ ਆਪਣਾ ਜੀਵਨ ਚਲਾਵੇ, ਜੋ ਪੜਿਆ ਹੈ ਉਸ ਦੇ ਮੁਤਾਬਕ ਆਪਣਾ ਜੀਵਨ ਢਾਲ ਲਵੇ। ਪਾਦਾ ਪੜਿਆ ਆਖੀਐ, ਵਿਦਿਆ ਵਿਚਰੈ ਸਹਿਜ ਸੁਭਾਈ। ਵਿਦਿਆ ਸੋਧਾ ਤਤ ਲਹੈ, ਤਤ ਵਸਤੂ ਨੂੰ ਉਸਦੇ ਵਿੱਚੋਂ ਪਕੜੇ ਕਿ ਤਤ ਵਸਤੂ ਕੀ ਹੈ? ਸੇਵਾ ਕਰਨੀ ਤੇ ਸਿਮਰਨ ਕਰਨਾ।
विद्या सुधा ततल है, राम नाम लिव लाए। मनमुख विद्या विकरदा, बिख खट्टे बिख खाए। ਜਿਹੜਾ ਮਨਮੁਖ ਹੈ ਇਹ ਵਿਦਿਆ ਨੂੰ ਵਿਕਰਦਾ, ਭਾਵ ਕਿ ਵਿਦਿਆ ਨੂੰ ਵੇਚਦਾ। ਵਿਦਿਆ ਨੂੰ ਵੇਚਣ ਵਾਲੇ ਦਾ ਨਾਮ ਮਨਮੁਖ ਹੋਇਆ ਕਰਦਾ ਹੈ। ਮਨਮੁਖ ਵਿਦਿਆ ਵਿਕਰਦਾ, ਬਿਖ ਖੱਟੇ ਬਿਖ ਖੱਟੀ, ਬਿਖ ਨੂੰ ਜਾਣੀ ਇਹ ਕਮਾ ਰਿਹਾ, ਬਿਖ ਖੱਟਾ ਬਿਖ ਖਾਏ। ਖੱਟਦਾ ਕੀ ਹੈ? ਪੈਸਾ ਕਮਾ ਰਿਹਾ ਵਿਦਿਆ ਵੇਚ ਵੇਚ ਕੇ। ਸੋ ਭਾਵੇਂ ਉਹ ਬ੍ਰਾਹਮਣ ਲਾ ਲਓ, ਭਾਵੇਂ ਸਾਡੇ ਸਿੱਖ ਸਮਾਜ ਵਿੱਚ ਲਾ ਲਓ। ਸੋ ਜੇ ਵਿਦਿਆ ਨੂੰ ਵੇਚ ਵੇਚ ਕੇ ਉਹ ਪੈਸਾ ਹੀ ਕੇਵਲ ਉਸਨੇ ਕਮਾਉਣ ਦਾ ਸਾਧਨ ਬਣਾ ਲਿਆ, ਆਪਣਾ ਜੀਵਨ ਉੱਚਾ ਨਹੀਂ ਕਰ ਰਿਹਾ, ਮਹਾਰਾਜ ਕਹਿੰਦੇ ਉਹ ਮਨਮੁਖ ਹੈ। ਮਨਮੁਖ ਵਿਦਿਆ ਵਿਕਰਦਾ, ਬਿਖ ਖੱਟੇ ਬਿਖ ਖਾਏ। ਮਨਮੁਖ ਵਿਦਿਆ ਵਿਕਰਦਾ, ਬਿਖ ਖੱਟੇ ਬਿਖ ਖਾਏ। ਮੂਰਖ ਸ਼ਬਦ ਨਾ ਚੀਨਾਈ, ਸੂਝ ਬੂਝ ਨਾ ਕਾਏ। ਇਸ ਤਰ੍ਹਾਂ ਕਰਕੇ ਜਿਹੜਾ ਮੂਰਖ ਹੈ ਉਹ ਮਨੁੱਖ, ਉਹ ਸ਼ਬਦ ਨੂੰ ਨਹੀਂ ਚੀਨਦਾ, ਸ਼ਬਦ ਨੂੰ ਪਛਾਣਦਾ ਨਹੀਂ ਹੈ, ਸ਼ਬਦ ਦੀ ਸੋਝੀ ਨਹੀਂ ਰੱਖਦਾ, ਸੂਝ ਬੂਝ ਨਾ ਕਾਏ। ਉਸ ਨੂੰ ਕਿਸੇ ਪ੍ਰਕਾਰ ਦੀ ਵੀ ਕੋਈ ਸੋਝੀ ਨਹੀਂ ਹੁੰਦੀ। ਮਹਾਰਾਜ ਨੂੰ ਪੁੱਛਿਆ ਫਿਰ ਪਾਧਾ ਹੋਣਾ ਕਿਹੋ ਜਿਹਾ ਚਾਹੀਦਾ? ਮਹਾਰਾਜ ਕਹਿੰਦੇ ਪਾਧਾ ਗੁਰਮੁਖ ਆਖੀ ਹੈ। ਪਾਧਾ ਗੁਰਮੁਖ ਹੁੰਦਾ, ਚਾਟੜਿਆਂ ਮਤ ਦੇ। ਜਿਹੜੇ ਵਿਦਿਆਰਥੀਆਂ ਨੇ ਉਹਨਾਂ ਨੂੰ ਫਿਰ ਉਹ ਸਹੀ ਮਤ ਦੇਵੇ, ਨਾਮ ਸਿਮਰਨ ਭਗਤੀ ਦੀ ਮਤ ਦੇਵੇ। ਪਾਧਾ ਗੁਰਮੁਖ ਆਖੀ ਹੈ, ਚਾਟੜਿਆਂ ਮਤ ਦੇ। ਨਾਮ ਸੰਭਾਲੋ ਨਾਮ ਸੰਗਰਹੋ, ਲਾਹਾ ਜਗ ਮੈਂ ਲੈ। ਨਾਮ ਨੂੰ ਇਕੱਠਾ ਕਰੇ, ਨਾਮ ਦੀ ਸੰਭਾਲ ਕਰੇ। ਫਿਰ ਨਾਮ ਸੰਭਾਲੋ ਨਾਮ ਸੰਗਰਹੋ, ਲਾਹਾ ਜਗ ਮੈਂ ਲੈ। ਸੋ ਇਸ ਤਰ੍ਹਾਂ ਕਰਕੇ ਜਾਣੀ ਪਾਧਾ ਹੋਵੇ। ਜਾਣੀ ਇਹ ਪਾਧੇ ਦੀਆਂ ਮਹਾਰਾਜ ਨੇ ਦੱਸਿਆ ਕਿ ਪਾਧੇ ਨੂੰ ਕਰਨਾ ਕੀ ਚਾਹੀਦਾ, ਵਿਦਵਾਨ ਕੈਸਾ ਹੋਣਾ ਚਾਹੀਦਾ ਹੈ। ਸੋ ਇਸ ਤਰ੍ਹਾਂ ਕਰਕੇ ਜਾਣੀ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਵੀ ਉੱਥੇ ਨਰਮਦਾ ਨਦੀ ਦੇ ਕਿਨਾਰੇ ਐਸਾ ਮਹਾਰਾਜ ਨੇ ਗਿਆਨ ਬਖਸ਼ਿਆ ਸੀ। ਸੋ ਜਾਣੀ ਮਹਾਰਾਜ ਕਹਿੰਦੇ ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀ ਹੈ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀ ਹੈ ਖਾਤ। ਪੜੀਆ ਜੇਤੇ ਬਰਸ ਬਰਸ, ਪੜੀਆ ਜੇਤੇ ਮਾਸ, ਪੜੀਆ ਜੇਤੀ ਆਰਜਾ, ਪੜੀਆ ਜੇਤੇ ਸਾਸ। ਨਾਨਕ ਲੇਖਾ ਇੱਕ ਗੱਲ, ਇੱਕ ਗੱਲ ਲੇਖੇ ਦੇ ਵਿੱਚ ਹੈ, ਬਾਕੀ ਤੇਰਾ ਲੇਖੇ ਵਿੱਚ ਕੁਛ ਵੀ ਨਹੀਂ ਹੈ। ਨਾਨਕ ਲੇਖਾ ਇੱਕ ਗੱਲ ਹੋਰ ਹਉਮੈ ਚੱਖਣਾ ਚਾਖ। ਇੱਕ ਗੱਲ ਕੀ ਹੈ? ਇੱਕ ਗੱਲ ਹੈ ਨਾਮ ਜਪਣਾ। ਇੱਕ ਗੱਲ ਕੀ ਹੈ? ਪਰਮੇਸ਼ਰ ਦੀ ਸਿਫਤ ਸਲਾਹ ਕਰਨੀ, ਸੇਵਾ ਕਰਨੀ। ਸੋ ਇੱਕ ਗੱਲ ਕੀ ਹੈ? ਸਾਧ ਸੰਗਤ ਜੀ, ਇਹ ਜੋ ਜਗਤ ਹੈ ਇਸ ਨੂੰ ਮਿੱਥਿਆ ਜਾਣਨਾ। ਜੋ ਤਤਸਾਰ ਵਸਤੂ ਹੈ, ਜਿਸ ਦੇ ਆਸਰੇ ਇਹ ਜਗਤ ਚੱਲ ਰਿਹਾ ਹੈ, ਉਸ ਨੂੰ ਸਤ ਕਰਕੇ ਜਾਣਨਾ। ਸਾਧੋ ਇਹ ਤਨ ਮਿੱਥਿਆ ਜਾਣੋ, ਜਾਂ ਭੀਤਰ ਜੋ ਰਾਮ ਵਸਤ ਹੈ, ਸਾਚੂ ਤਾਹੇ ਪਛਾਨੋ। ਇਹ ਸਤ ਅਸਤ ਦਾ ਵਿਵੇਚਨ ਕਰਨ ਵਾਲੇ, ਜਿਸ ਦੇ ਪਾਸ ਵਿਵੇਕ ਬੁੱਧੀ ਹੈ, ਸੋ ਇਹ ਇਸ ਦਾ ਵਿਵੇਚਨ ਕਰਦਾ ਹੈ ਕਿ ਸਤ ਵਸਤੂ ਇੱਥੇ ਪਰਮੇਸ਼ਰ ਦਾ ਨਾਮ ਹੈ, ਕੇਵਲ ਪਰਮੇਸ਼ਰ ਹੀ ਹੈ। ਜਦੋਂ ਸਰੀਰ ਨੂੰ ਤਿਆਗ ਜਾਣਾ ਹੈ, ਇਹ ਦੇਹੀ ਮਿੱਥਿਆ ਮਿੱਟੀ ਤੋਂ ਪੈਦਾ ਹੋਈ ਹੈ, ਇਸ ਨੇ ਮਿੱਟੀ ਵਿੱਚ ਮਿਲ ਜਾਣਾ ਹੈ। ਜੋ ਇਸ ਵਿੱਚ ਸਵਾਸ ਚੱਲ ਰਹੇ ਸਨ ਉਹ ਹਵਾ ਦਾ ਰੂਪ ਨੇ, ਹਵਾ ਵਿੱਚ ਉਸ ਨੇ ਮਿਲ ਜਾਣਾ ਹੈ। ਸੋ ਪੰਜੇ ਤੱਤਾਂ ਨੇ ਪੰਜੇ ਤੱਤਾਂ ਵਿੱਚ ਵਿਲੀਨ ਹੋ ਜਾਣਾ ਹੈ। ਸੋ ਜੋ ਤਤ ਵਸਤੂ ਹੈ ਉਹ ਪਰਮੇਸ਼ਰ ਦੀ ਜੋਤ ਹੈ, ਜੋ ਸਤ ਹੈ। ਸੋ ਇਹ ਹੰਸ ਵਾਲੀ ਬੁੱਧੀ ਉਸ ਦੀ ਹੋਇਆ ਕਰਦੀ ਹੈ। ਉਹ ਤਤ ਵਸਤੂ ਨੂੰ ਚੁਗਦਾ ਹੈ, ਖਾਂਦਾ ਹੈ। ਦੁੱਧ ਰੱਖ ਦਿਓ ਹੰਸ ਦੇ ਸਾਹਮਣੇ, ਉਸ ਵਿੱਚ ਚੁੰਝ ਮਾਰਦਾ, ਉਸ ਦੀ ਜੋ ਚੁੰਝ ਹੈ ਉਸ ਵਿੱਚ ਖਟਿਆਈ ਹੁੰਦੀ ਹੈ ਸਾਧ ਸੰਗਤ ਜੀ, ਤੇ ਦੁੱਧ ਫਟ ਜਾਂਦਾ ਹੈ, ਫੁੱਟੀਆਂ ਫੁੱਟੀਆਂ ਨੂੰ ਖਾ ਲੈਂਦਾ, ਪਾਣੀ ਨੂੰ ਛੱਡ ਦਿੰਦਾ ਹੈ। ਸੋ ਇਹ ਹੰਸ ਦੀ ਬਿਰਤੀ ਹੁੰਦੀ ਹੈ। ਸੋ ਇਸ ਤਰ੍ਹਾਂ ਕਰਕੇ ਜਿਹੜਾ ਇਸ ਤਰ੍ਹਾਂ ਇਹ ਇੱਕ ਜੋ ਗੱਲ ਹੈ, ਨਾਨਕ ਲਿਖਿਆ ਇੱਕ ਗੱਲ ਹੋਰ ਹਉਮੈ ਚੱਖਣਾ ਚਾਖ। ਮਹਾਰਾਜ ਜੀ ਕਹਿੰਦੇ ਹੋਰ ਤਾਂ ਹਉਮੈ ਦੀਆਂ ਵਿੱਚ ਝੱਖਾਂ ਮਾਰਨਾ ਨੇ। ਅੱਗੇ ਮਹਾਰਾਜ ਜੀ ਫਰਮਾਨ ਕਰਦੇ ਨੇ, ਲਿਖ ਲਿਖ ਪੜ੍ਹਿਆ ਤੇਤਾ ਕੜਿਆ। ਜਿਹਦੇ ਨਾਲ ਕਿ ਇਹ ਵੱਧ ਪੜ੍ਹ ਗਿਆ, ਉਹਦੇ ਨਾਲ ਇਹ ਕੜਨ ਲੱਗ ਗਿਆ, ਭਾਵ ਕਿ ਗੁੱਸਾ ਵੱਧ ਗਿਆ, ਚਿੰਤਾ ਲੱਗ ਗਿਆ ਕਰਨ, ਜਾਣੀ ਇਸ ਵਿੱਚ ਸ਼ਾਂਤੀ ਨਹੀਂ ਆਈ। ਲਿਖ ਲਿਖ ਪੜ੍ਹਿਆ ਤੇਤਾ ਕੜਿਆ, ਬਹੁ ਤੀਰਥ ਭਵਿਆ ਤੇਤੋ ਲਵਿਆ, ਬਹੁ ਭੇਖ ਕੀਆ ਦੇਹੀ ਦੁਖ ਦੀਆ, ਸੋਵੇ ਜੀਆ ਆਪਣਾ ਕੀਆ, ਅੰਨ ਨਾ ਖਾਇਆ ਸਾਧ ਗਵਾਇਆ, ਬਹੁ ਦੁਖ ਪਾਇਆ ਦੂਜਾ ਭਾਇਆ, ਬਸਤਰ ਨਾ ਪਹਿਰੇ ਐਨਸ ਕਹਿਰੇ, ਮੋਹਨ ਵਿਗੂਤਾ ਕਿਉਂ ਜਾਗਿਆ ਗੁਰ ਬਿਨ ਸੂਤਾ, ਬਾਗੋਬੇ ਤਾਣਾ
अपना किया कमाना, अलमल खाई सिर छाई पाई, मूर्ख अंधे पत गवाई, विण नावे किछ थाए ना पाई, रहे बिमाणी मड़ी मसाणी, अंध ना जाने फिर पछताणी, सतगुर भेटे सो सुख पाए, हर का नाम मन वसाए। असली गल की है, परमेश्वर का नाम मन विच वस जाए ते शब्द दे दा जाप कर करके, वाहिगुरु गुरमंत्र का अभ्यास कर करके ते हौमे का नाश करे। जिस दे उपर परमेश्वर की नज़र मेहर हुंदी है, सो उस विचों हौमे का नाश हुंदा है। उस शब्द की कमाई करता है, शब्द की कमाई करके हौमे का नाश करके वो परमेश्वर के नाल अपना मिलाप कर लैंदा है। सो साध संगत जी, ये तत्व वस्तु है। तत्व वस्तु परमेश्वर का नाम जपना है, नाम के नाल अपनी सुरत नूं जोड़ना है। सो इस तरह ही भगत रविदास जी उन्हां पंडितां नूं समझाउंदे ने, उन्होंने जोगी ऋषि मुनिया नूं समझाउंदे ने कि पढ़ीए गुनीए नाम सब सुनीए, अनुभव भाव ना दरसै। ते अनुभवी परमेश्वर का प्रकाश, उसके दर्शन नहीं होंगे, ना ही परमेश्वर नाल प्यार पैदा होंदा है। फिर फोका पढ़न का विचार करन का की लाभ है। ये साध संगत जी उत्तम दर्जे के जिग्यासुओं वास्ते शब्द है, क्योंकि विद्वान तो हैगी सी, सूझवान सी। वो महाराज ने आख्या, भगत रविदास जी ने आख्या, लोहा कंचन हिरन होए कैसे, जो पारस है ना परसै। सो साध संगत जी इत्थे पारस कौन है? परम परस गुर भेटी है, परम पर परस गुर भेटी है। परम परस गुर भेटी है, परम परस गुर भेटी है। पूर्व लिखत लिलाट, पूर्व लिखत लिलाट, पूर्व लिखत लिलाट, पूर्व लिखत लिलाट। ओन मन 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 ही मिलै, ओन मन 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 ही मिलै। ओन मन 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 ही मिलै, ओन मन 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 ही मिलै। छुटकत बजर कपाट, छुटकत बजर कपाट, छुटकत बजर कपाट, छुटकत बजर कपाट। गुर पारस हम लोह, गुर पारस हम लोह, गुर पारस हम लोह, गुर पारस हम लोह। मिल कांचन होया राम, मिल कांचन होया राम, मिल कांचन होया राम, मिल कांचन होया राम। सो साध संगत जी, इत्थे पारस कौन है? गुरु है पारस। सो गुरु नाल स्पर्श करके, गुरु रूपी पारस नाल स्पर्श करके ये लोहा रूपी मनुख कंचन वर्गा हो जाता है और फिर परमेश्वर नाल मिलाप हो जाता है। सो इस तरह करके जानी ये गुरु की महानता है। हुण कोई आखे कि असी तो गुरु के दर्शन नित्ता प्रति करते हैं, असी गुरु की बाणी पढ़ते हैं,
ਅਸੀਂ ਨਾਮ ਵੀ ਜਪਦੇ ਹਾਂ, ਪਰ ਫਿਰ ਵੀ ਅਸੀਂ ਸੋਨੇ ਵਰਗੇ ਕਿਉਂ ਨਹੀਂ ਅਸੀਂ ਹੋ ਜਾਂਦੇ? ਕਿਉਂਕਿ ਜੋ ਸ਼ੁੱਧ ਸੋਨਾ ਹੁੰਦਾ ਹੈ ਉਸ ਵਿੱਚ ਕੋਈ ਮੈਲ ਨਹੀਂ ਹੁੰਦੀ। ਜਿਹੜਾ ਮੈਲਾ ਸੋਨਾ ਹੁੰਦਾ ਹੈ ਉਸ ਨੂੰ ਸ਼ੁੱਧ ਕਰਨ ਵਾਸਤੇ ਤਾ ਦਿੱਤਾ ਜਾਂਦਾ ਅਗਨੀ ਦਾ, ਸੁਹਾਗਾ ਪਾਇਆ ਜਾਂਦਾ ਉਸ ਵਿੱਚ, ਅਗਨੀ ਦਾ ਤਾ ਦੇ ਕੇ ਤਾਂ ਉਸ ਵਿੱਚੋਂ ਮੈਲ ਕੱਢੀ ਜਾਂਦੀ ਹੈ, ਤਾਂ ਉਹ ਸ਼ੁੱਧ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਕਰਕੇ ਗੁਰੂ ਨਾਲ ਮਿਲ ਕੇ ਸਾਡੇ ਵਿੱਚੋਂ ਮੈਲ ਨਿਕਲਦੀ ਹੈ ਤੇ ਅਸੀਂ ਸ਼ੁੱਧ ਸੋਨੇ ਵਰਗੇ ਬਣ ਸਕਦੇ ਹਾਂ। ਸੋ ਸਾਧ ਸੰਗਤ ਜੀ, ਜੇ ਕੋਈ ਸਵਾਲ ਕਰੇ ਕਿ ਅਸੀਂ ਸ਼ੁੱਧ ਤਾਂ ਹੈ ਨਹੀਂ, ਸਾਡੇ ਮਨ ਵਿੱਚ ਉਸੇ ਤਰ੍ਹਾਂ ਹੀ ਵਿਕਾਰ ਨੇ, ਅਸੀਂ ਗੁਰੂ ਕੋਲ ਮਿਲਦੇ ਹਾਂ, ਅਸੀਂ ਗੁਰੂ ਕੋਲ ਅਸੀਂ ਆਉਂਦੇ ਹਾਂ, ਅਸੀਂ ਬਾਣੀ ਪੜ੍ਹਦੇ ਵੀ ਹਾਂ, ਅਸੀਂ ਸੁਣਦੇ ਵੀ ਹਾਂ, ਵਿਚਾਰਦੇ ਵੀ ਹਾਂ ਅਸੀਂ ਬਾਣੀ ਨੂੰ, ਪਰ ਸਾਡੇ ਵਿੱਚ ਉਸੇ ਤਰ੍ਹਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੈਸ ਹੈ। ਇਹ ਨਿਕਲਦਾ ਕਿਉਂ ਨਹੀਂ? ਤੋ ਭਗਤ ਰਵਿਦਾਸ ਜੀ ਵੀ ਉਹਨਾਂ ਨੂੰ ਐਸਾ ਹੀ ਉਪਦੇਸ਼ ਦਿੰਦੇ ਨੇ ਕਿ ਭਾਈ ਇਹਨਾਂ ਕਰਕੇ ਹੀ ਪਰਮੇਸ਼ਰ ਨਾਲ ਮਿਲਾਪ ਨਹੀਂ ਹੁੰਦਾ। ਦੇਵ ਸੰਸੈ ਗਾਂਠ ਨਾ ਛੂਟੈ, ਸੰਸੇ ਦੀ, ਸਹਿਮ ਦੀ, ਵਹਿਮ ਦੀ, ਭਰਮ ਦੀ, ਇਹ ਜਿਹੜੀ ਗੱਠ ਬਣੀ ਹੋਈ ਹੈ ਅੰਦਰ ਮਨ ਦੇ ਅੰਦਰ, ਇਹ ਛੁੱਟਦੀ ਨਹੀਂ ਹੈ, ਸੰਸਾ ਬਣਿਆ ਰਹਿੰਦਾ ਹੈ। ਸੋ ਜੇ ਸੰਸਾ ਉਤਰ ਗਿਆ, ਸੰਸਾ ਉਤਰੇਗਾ ਕਦੋਂ? ਦਰਸ਼ਨ ਕਰਨ ਤੋਂ ਬਾਅਦ ਸਾਧ ਸੰਗਤ ਜੀ ਸੰਸਾ ਉਤਰਦਾ ਹੈ। ਉਤਰ ਗਏ ਹੋ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ। ਦਰਸ਼ਨ ਹੋਏਗਾ ਤਾਂ ਸੰਸਾ ਉਤਰੇਗਾ, ਇਸ ਤਰ੍ਹਾਂ ਨਹੀਂ। ਅੰਤਰ ਆਤਮੇ ਜੋਤ ਰੂਪ ਦਰਸ਼ਨ ਹੋਣਗੇ, ਗੁਰੂ ਸਾਹਿਬ ਦੇ ਜੋਤ ਰੂਪ ਦੇ ਵਿੱਚ ਦਰਸ਼ਨ ਹੋਣਗੇ, ਫਿਰ ਇਸ ਤਰ੍ਹਾਂ ਸੰਸੇ ਉਤਰਦਾ ਜਾਏਗਾ ਸਾਧ ਸੰਗਤ ਜੀ ਸਾਡਾ। ਤੇ ਮਹਾਰਾਜ ਆਖਦੇ ਨੇ, ਭਗਤ ਰਵਿਦਾਸ ਜੀ ਆਖਦੇ ਨੇ ਕਿ ਦੇਵ ਸੰਸੈ ਗਾਂਠ ਨਾ ਛੂਟੈ, ਕਿ ਹੇ ਦੇਵ ਲੋਕੋ, ਜੋਗੀਓ, ਰਿਸ਼ੀਓ, ਮੁਨੀਓ, ਹੇ ਪੰਡਤ ਲੋਕੋ, ਤੁਹਾਡੇ ਮਨ ਦੇ ਵਿੱਚ ਸੰਸੇ ਦੀ ਗੰਢ ਬਣੀ ਹੋਈ ਹੈ। ਦੇਵ ਸੰਸੈ ਗਾਂਠ ਨਾ ਛੂਟੈ, ਕਾਮ, ਕ੍ਰੋਧ, ਮਾਇਆ, ਮਦ, ਮਤਸਰ, ਇਨ ਪੰਚੋਂ ਮਿਲ ਲੂਟੇ। ਮਹਾਰਾਜ ਜੀ ਆਖਦੇ ਨੇ ਕਿ ਕਾਮ ਨੇ, ਕ੍ਰੋਧ ਨੇ, ਮਾਇਆ ਨੇ, ਮਦ ਆਖਿਆ ਜਾਂਦਾ ਸਾਧ ਸੰਗਤ ਜੀ ਹੰਕਾਰ ਨੂੰ, ਮਤਸਰ ਆਖਿਆ ਜਾਂਦਾ ਹੈ ਈਰਖਾ, ਵਕੀਲੀ, ਦਵੈਸ਼ ਨੂੰ। ਕਾਮ, ਕ੍ਰੋਧ, ਮਾਇਆ, ਮਦ, ਮਤਸਰ, ਇਨ ਪੰਚੋਂ ਮਿਲ ਲੁੱਟੇ। ਇਹ ਪੰਜੇ ਤਾਂ ਚੀਜ਼ਾਂ ਤੁਹਾਨੂੰ ਲੁੱਟ ਰਹੀਆਂ ਨੇ। ਲੁੱਟਣਾ ਕੀ ਹੁੰਦਾ ਸਾਧ ਸੰਗਤ ਜੀ? ਜਿਹੜੇ ਇਹ ਔਗਣ ਨੇ, ਇਹ ਜਦੋਂ ਮਨ ਵਿੱਚ ਪ੍ਰਵੇਸ਼ ਕਰਦੇ ਨੇ ਤਾਂ ਗੁਣਾਂ ਨੂੰ ਲੁੱਟ ਕੇ ਲੈ ਜਾਂਦੇ ਨੇ। ਗੁਣਾਂ ਦਾ ਨਾਸ ਹੋ ਜਾਂਦਾ ਹੈ, ਸੰਤੋਖ ਨਹੀਂ ਰਹਿੰਦਾ, ਧੀਰਜ ਨਹੀਂ ਰਹਿੰਦੀ, ਖਿਮਾ ਦਾ ਗੁਣ ਨਹੀਂ ਰਹਿੰਦਾ। ਜੋ ਦੈਵੀ ਗੁਣ ਨੇ ਉਹਨਾਂ ਦਾ ਨਾਸ ਹੋ ਜਾਂਦਾ ਸਾਧ ਸੰਗਤ ਜੀ। ਇਹ ਪੰਜੇ ਲੁੱਟਦੇ ਨੇ। ਜਿਸ ਤਰ੍ਹਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਵੀ ਫਰਮਾਨ ਕਰਦੇ ਨੇ ਸਾਧ ਸੰਗਤ ਜੀ, ਅਵਰ ਪੰਜ ਹਮ ਏਕ ਜਨਾ, ਕਿਉਂ ਰੱਖੈ ਕਰ ਬਾਰ ਮਨਾ। ਮਹਾਰਾਜ ਆਖਦੇ ਨੇ ਉਹ ਪੰਜ ਨੇ, ਅਸੀਂ ਇਕੱਲੇ ਹਾਂ। ਅਵਰ ਪੰਜ ਹਮ ਏਕ ਜਨਾ, ਕਿਉਂ ਰੱਖੈ ਘਰ ਬਾਰ ਮਨਾ। ਮੈਂ ਆਪਣੇ ਘਰ ਨੂੰ ਬਚਾ ਕੇ ਕਿਵੇਂ ਰੱਖਾਂ? ਸੋ ਜਿਹੜਾ ਸਾਡਾ ਆਮ ਘਰ ਹੁੰਦਾ, ਅਸੀਂ ਇਹਨੂੰ ਜਿੰਦਾ ਲਾ ਦਿੰਦੇ ਹਾਂ, ਪਹਿਰੇ ਲਾ ਦਿੰਦੇ ਹਾਂ, ਤੇ ਤਾਂ ਕਰਕੇ ਸਾਡੇ ਘਰ ਦੇ ਅੰਦਰ ਚੋਰ ਨਾ ਆਵੇ। ਪਰ ਜੇ ਸਾਧ ਸੰਗਤ ਜੀ ਕੋਈ ਜਿੰਦਾ ਤੋੜ ਲਵੇ, ਜਾਂ ਜੋ ਪਹਿਰੇਦਾਰ ਹੈ ਉਹੀ ਚੋਰਾਂ ਨਾਲ ਮਿਲ ਜਾਵੇ ਕਿ ਤੁਸੀਂ ਚੋਰੀ ਕਰੋ, ਆਪਾਂ ਅੱਧੋ ਅੱਧ ਹਿੱਸਾ ਵੰਡ ਲਵਾਂਗੇ, ਫਿਰ ਤਾਂ ਚੋਰੀ ਤੋਂ ਕੋਈ ਬਚਾ ਨਹੀਂ ਨਾ ਸਕਦਾ ਹੈਗਾ। ਮਹਾਰਾਜ ਜੀ ਆਖਦੇ ਨੇ ਕਿ ਤੇਰੇ ਅੰਦਰ ਇਹ ਅੱਖਾਂ ਨੇ, ਇਹ ਪਹਿਰੇ ਵਾਸਤੇ ਲਾਈਆਂ ਸੀ ਕਿ ਤੂੰ ਮਾੜਾ ਨਾ ਦੇਖੇ। ਪਰ ਜੇ ਅੱਖਾਂ ਹੀ ਮਿਲ ਗਈਆਂ, ਅੱਖਾਂ ਹੀ ਕਾਮ ਵਾਸਨਾ ਵਿੱਚ ਮਸਤ ਨੇ। ਇਹ ਜਿਹੜਾ ਪਹਿਰੇਦਾਰ ਸੀ ਅੱਖਾਂ ਦੇ ਰੂਪ 'ਚ,
ਇਹ ਚੋਰਾਂ ਨਾਲ ਮਿਲ ਗਿਆ। ਉਹਨਾਂ ਚੋਰਾਂ ਨੇ ਇਸ ਵਿੱਚੋਂ ਜੋ ਚੰਗੇ ਗੁਣ ਸਨ ਉਹ ਲੁੱਟ ਲਏ। ਸੋ ਇਸੇ ਤਰ੍ਹਾਂ ਕਰਕੇ ਜਿਹੜੇ ਕੰਨ ਸਨ ਇਹ ਪਹਿਰੇਦਾਰ ਸੀ ਕਿ ਕੰਨਾਂ ਦੇ ਵਿੱਚ ਪਰਮੇਸ਼ਰ ਦਾ ਨਾਮ ਬਾਣੀ ਹੀ ਮੈਂ ਅੰਦਰ ਲੈ ਕੇ ਜਾਣਾ ਹੈ। ਸਾਧ ਸੰਗਤ ਜੀ, ਅਸੀਂ ਵਿਆਹਾਂ ਸ਼ਾਦੀਆਂ ਵਿੱਚ ਵੀ ਜਾਂਦੇ ਹਾਂ, ਸੋ ਉੱਥੇ ਸਾਕਤਾਂ ਦੇ ਗੀਤ ਚੱਲਦੇ ਨੇ। ਉੱਥੇ ਅਸੀਂ ਕੀ ਕਰੀਏ? ਸਾਧ ਸੰਗਤ ਜੀ, ਮਨ ਦੇ ਵਿੱਚ ਨਾ ਪਰਮੇਸ਼ਰ ਦੇ ਗੁਣਾਂ ਨੂੰ ਧਾਰਨ ਕਰਕੇ ਅਸੀਂ ਰੱਖੀਏ। ਉੱਥੇ ਵੀ ਕਿ ਜਿਤਨਾ ਅਸੀਂ ਦੇਖਦੇ ਹਾਂ ਕਿ ਸਾਰਾ ਪਰਮੇਸ਼ਰ ਦੀ ਖੇਡ ਹੋ ਰਹੀ ਹੈ। ਸਾਜ਼ ਵੱਜ ਰਿਹਾ, ਸਾਜ਼ ਦੇ ਵਿੱਚੋਂ ਕਿਸੇ ਦੇ ਨੱਚਣ ਵਾਸਤੇ ਪੈਰ ਉੱਠਦੇ ਨੇ, ਪਰ ਗੁਰਮੁਖਾਂ ਨੂੰ ਸਾਜ਼ ਵਿੱਚੋਂ ਵੀ ਵਾਹਿਗੁਰੂ ਵਾਹਿਗੁਰੂ ਸੁਣਦਾ ਹੈ। ਭਾਵੇਂ ਉਹ ਸਾਜ਼ ਮਾੜੇ ਰਾਗਾਂ ਵਿੱਚ ਵੱਜ ਰਿਹਾ, ਪਰ ਗੁਰਮੁਖਾਂ ਦੀ ਅਵਸਥਾ ਹੀ ਐਸੀ ਹੁੰਦੀ ਹੈ, ਉਹਨਾਂ ਨੂੰ ਸਾਜ਼ ਵਿੱਚੋਂ ਵੀ ਵਾਹਿਗੁਰੂ ਵਾਹਿਗੁਰੂ ਸੁਣਾਈ ਦਿੰਦਾ। ਸੋ ਉਹਨਾਂ ਨੂੰ ਖੇਡ ਕਰਦਾ ਵੀ ਵਾਹਿਗੁਰੂ ਇਹ ਦਿਖਾਈ ਦਿੰਦਾ। ਇੱਕਨਾਂ ਨੂੰ ਗੁਰਦੁਆਰੇ ਵਿੱਚ ਆ ਕੇ ਵੀ ਨਹੀਂ ਵਾਹਿਗੁਰੂ ਸੁਣਾਈ ਦਿੰਦਾ, ਇੱਕਨਾਂ ਨੂੰ ਮਾੜੀ ਜਗ੍ਹਾ ਉੱਪਰ ਜਾ ਕੇ ਵੀ ਵਾਹਿਗੁਰੂ ਸੁਣਾਈ ਦਿੰਦਾ। ਉਹ ਆਖਦੇ ਨੇ, ਜਹ ਬੈ ਸਲ ਹੈ ਤੈ ਬੈਸੋ ਸੁਆਮੀ, ਜਹ ਭੇਜੀ ਤਹ ਜਾਵਾਂ, ਸਭ ਨਗਰੀ ਮੈਂ ਏਕੋ ਰਾਜਾ, ਸਭੇ ਪਵਿੱਤਰ ਹੈ ਥਾਵਾਂ। ਵਾਹਿਗੁਰੂ ਜੀ, ਇੱਥੇ ਕਿਹੜਾ ਤੁਸੀਂ ਨਹੀਂ ਹੈਗੇ, ਇੱਥੇ ਵੀ ਤੁਸੀਂ ਹੋ, ਉੱਥੇ ਵੀ ਤੁਸੀਂ ਹੋ, ਅੰਦਰ ਵੀ ਤੁਸੀਂ ਹੋ, ਬਾਹਰ ਵੀ ਤੁਸੀਂ ਹੋ, ਹਰ ਜਗ੍ਹਾ ਪਰ ਆਪ ਜੀ ਹੋ। ਉਹ ਪਰਮੇਸ਼ਰ ਦਾ ਸੰਗ ਕਰਦੇ ਰਹਿੰਦੇ ਨੇ ਹਰ ਸਮੇਂ। ਉਸ ਅਸਥਾਨ ਪਰ ਵੀ ਸੰਗ ਕਰਨਗੇ ਉਹ, ਭਾਵੇਂ ਉਹ ਪੈਰਿਸ ਵਿੱਚ ਵੀ ਚਲੇ ਜਾਣ, ਉਹਨਾਂ ਦੇ ਸੰਗ ਉਹ ਦੇਖਦੇ ਨੇ ਕਿ ਇਹ ਤਾਂ ਦੂਰ ਨੇ ਲੋਕ, ਪਰਮੇਸ਼ਰ ਤਾਂ ਇਹਨਾਂ ਤੋਂ ਨੇੜੇ ਆ, ਤਾਂ ਮੇਰੇ ਨਾਲ। ਇਸ ਕਰਕੇ ਉਹਨਾਂ ਪਰ ਫਿਰ ਅਸਰ ਨਹੀਂ ਹੋਇਆ ਕਰਦਾ ਹੁੰਦਾ। ਜਾਣੀ ਉਹਨਾਂ ਦਾ ਪਹਿਰੇਦਾਰ ਹੈ ਜੋ ਕੰਨ ਨੇ, ਅੱਖਾਂ ਨੇ, ਇਹ ਬਹੁਤ ਮਜ਼ਬੂਤ ਤਕੜੇ ਪਹਿਰੇਦਾਰ ਹੁੰਦੇ ਨੇ ਉਹਨਾਂ ਦੇ। ਉਹ ਇਸ ਤਰ੍ਹਾਂ ਕਰਕੇ ਮਾੜੀ ਚੀਜ਼ ਅੰਦਰ ਨਹੀਂ ਪ੍ਰਵੇਸ਼ ਕਰਨ ਦਿੰਦੇ, ਉਹਨਾਂ ਵਿੱਚੋਂ ਵੀ ਉਹ ਚੰਗੀ ਚੀਜ਼ ਹੀ ਅੰਦਰ ਪ੍ਰਵੇਸ਼ ਕਰਨ ਦਿੰਦੇ ਨੇ। ਸੋ ਸਾਧ ਸੰਗਤ ਜੀ, ਪਹਿਰੇਦਾਰ ਨੇ, ਅੱਖਾਂ ਪਹਿਰੇਦਾਰ ਨੇ, ਕੰਨ ਪਹਿਰੇਦਾਰ ਨੇ, ਰਸਨਾ ਪਹਿਰੇਦਾਰ ਹੈ। ਸੋ ਨਾਸਕਾ ਹੈ, ਇਹ ਪਹਿਰੇਦਾਰ ਹੈ, ਜਿਹੜੀ ਇਹ ਤਵਚਾ ਇਹ ਵੀ ਪਹਿਰੇਦਾਰ ਹੈ। ਸੋ ਸਾਧ ਸੰਗਤ ਜੀ, ਇਹ ਪਹਿਰੇਦਾਰ ਨੇ। ਜੇ ਪਹਿਰੇਦਾਰ ਮਿਲ ਗਏ ਫਿਰ ਬੰਦਾ ਲੁੱਟਿਆ ਗਿਆ। ਚੋਰਾਂ ਨਾਲ ਜੇ ਰਲ ਗਏ ਪਹਿਰੇਦਾਰ, ਫਿਰ ਤਾਂ ਲੁੱਟਿਆ ਗਿਆ। ਮਹਾਰਾਜ ਕਹਿੰਦੇ, ਅਵਰ ਪੰਜ ਹਨ ਏਕ ਜਨਾ, ਕਿਉਂ ਰਾਖਿਆ ਕਰ ਬਾਰ ਮਨਾ, ਮਾਰਾ ਲੂਟਾ ਨੀਤ ਨੀਤ, ਕਿਸੇ ਆਗਿਆ ਕਰੀ ਪੁਕਾਰ ਜਨਾ। ਇਹ ਰੋਜ਼ਾਨਾ ਹੀ ਲੁੱਟਦੇ ਨੇ, ਨਿੱਤਾਂ ਪ੍ਰਤੀ ਲੁੱਟ ਰਹੇ ਨੇ। ਮਾਰਾ ਲੂਟਾ ਨੀਤ ਨੀਤ, ਕਿਸੇ ਆਗਿਆ ਕਰੀ ਪੁਕਾਰ ਜਨਾ, ਸ਼੍ਰੀ ਰਾਮ ਨਾਮਾ ਉਚਰ ਮਨਾ। ਬਚਿਆ ਕਿਵੇਂ ਜਾਏਗਾ? ਪਰਮੇਸ਼ਰ ਦਾ ਨਾਮ ਜਪ ਕੇ। ਸ਼੍ਰੀ ਰਾਮ ਨਾਮਾ ਉਚਰ ਮਨਾ, ਪਰਮੇਸ਼ਰ ਦਾ ਨਾਮ ਉਚਾਰਨ ਕਰੋ। ਆਖੋ ਜੀ, ਵਾਹਿਗੁਰੂ 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 ਸ਼੍ਰੀ ਰਾਮ ਨਾਮਾ ਉਚਰ ਮਨਾ, ਨਹੀਂ ਤਾਂ ਕੀਆ ਆਗੇ ਜਮਦਲ ਬਿਖਮ ਕਨਾ। ਅੱਗੇ ਬਿਖਮ ਕਨਾ ਭਾਵ ਕਿ ਬੜਾ ਭਿਆਨਕ, ਅੱਗੇ ਜਮਾਂ ਦਾ ਦਲ ਹੈ, ਉਹ ਤੇਰੇ ਅੱਗੇ ਹੈ, ਫਿਰ ਤੂੰ ਔਖਾ ਹੋਏਗਾ। ਮਹਾਰਾਜ ਜੀ ਆਖਦੇ ਨੇ, ਆਗੇ ਜਮਦਲ ਬਿਖਮ ਕਨਾ, ਉਸਾਰ ਮਡੌਲੀ ਰਾਖੈ ਦੁਆਰਾ, ਭੀਤਰ ਬੈਠੀ ਸਾਧਨਾ। ਇਹ ਜਿਹੜਾ ਸਰੀਰ ਪਰਮੇਸ਼ਰ ਨੇ ਉਸਾਰਿਆ ਹੈ, ਇਹਦੇ ਵਿੱਚ ਦੁਆਰ ਰੱਖੇ ਨੇ ਸਾਧ ਸੰਗਤ ਜੀ। ਉਸਾਰ ਮਡੌਲੀ ਰਾਖੈ ਦੁਆਰਾ,
ਇਸ ਦੇ ਵਿੱਚ 5 ਕਰਮ ਇੰਦਰੀਆਂ, 5 ਗਿਆਨ ਇੰਦਰੀਆਂ, ਇਹ ਦਰਵਾਜ਼ੇ ਰੱਖੇ ਨੇ। ਇਹ ਦਰਵਾਜ਼ਿਆਂ ਪਰ ਇਹ ਪਹਿਰੇਦਾਰ ਨੇ। 5 ਗਿਆਨ ਇੰਦਰੀਆਂ ਸਾਡੀਆਂ, 5 ਕਰਮ ਇੰਦਰੀਆਂ। ਸੋ ਇਹਨਾਂ ਨੂੰ ਜਾਣੀ ਚੋਰਾਂ ਨਾਲ ਨਹੀਂ ਮਿਲਣ ਦੇਣਾ। ਪਰ ਜੇ ਚੋਰਾਂ ਨਾਲ ਮਿਲ ਗਈਆਂ, ਉਸਾਰ ਮਡੌਲੀ ਰਾਖਿਆ ਦੁਆਰਾ, ਭੀਤਰ ਬੈਠੀ ਸਾਤਨਾ, ਇਹ ਜਿਹੜੀ ਜੀਵ ਰੂਪ ਇਸਤਰੀ ਅੰਦਰ ਬੈਠੀ ਹੈ। ਅੰਮ੍ਰਿਤ ਕੇਲ ਕਰਾ ਨਿਤ ਕਾਮਣ, ਅਵਰ ਲੁਟੇਨ ਸੋ ਪੰਚ ਜਨਾ। ਸੋ ਆਪਣੇ ਆਪ ਨੂੰ ਅਮਰ ਸਮਝ ਬੈਠੀ ਹੈ ਜਿਹੜੀ ਜੀਵ ਰੂਪ ਇਸਤਰੀ ਹੈ, ਕਿ ਜਿਹੜੀ ਮੇਰੀ ਦੇਹੀ ਹੈ ਤਾਂ ਅਮਰ ਹੈ, ਇਹਨੇ ਕਿਹੜਾ ਨਾਸ ਹੋਣਾ ਹੈ। ਨਾਸਵਾਨ ਇਹ ਦੇਹੀ, ਨਾਸ ਹੁੰਦੀ ਆਈ ਹੈ, ਹੁੰਦੀ ਰਹੇਗੀ। ਸੋ ਇਹ ਜਿਹੜੀ ਦੇਹੀ ਹੈ, ਇਸ ਨੂੰ ਇਉਂ ਸਮਝ ਕੇ ਹੰਕਾਰ ਕਰ ਲੈਂਦੀ ਹੈ ਜੀਵ ਰੂਪ ਇਸਤਰੀ। ਅੰਮ੍ਰਿਤ ਕੇਲ ਕਰੈ ਨਿਤ ਕਾਮਣ, ਹੋਰ ਮਾਇਆਵੀ ਪਦਾਰਥਾਂ ਦੇ ਵਿੱਚ, ਮਾਇਆ ਦੇ ਵਿੱਚ ਕੇਲਾਂ ਕਰਦੀ ਹੈ, ਖੇਡਾਂ ਕਰਦੀ ਹੈ। ਉਧਰੋਂ ਕੀ ਹੁੰਦਾ ਹੈ, ਅਵਰ ਲਟੇਨ ਸੋ ਪੰਜ ਜਨਾ, ਇਹ ਜਿਹੜੇ 5 ਜਾਣੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹ ਮਨੁੱਖ ਨੂੰ ਲੁੱਟਦੇ ਰਹਿੰਦੇ ਨੇ। ਜਦੋਂ ਮਨੁੱਖ ਦਾ ਅੰਤ ਹੋ ਗਿਆ, ਢਾਹੇ ਮਡੌਲੀ ਲੂਟਿਆ ਦੇਹੋਰਾ, ਇਸ ਦੀ ਜਿਹੜੀ ਮਡੌਲੀ ਹੈ, ਭਾਵ ਕਿ ਸਰੀਰ ਹੈ, ਇਹ ਜਦੋਂ ਢਹਿ ਢੇਰੀ ਹੋ ਗਿਆ, ਢਾਹੇ ਮਡੌਲੀ ਲੂਟਿਆ ਦੇਹੋਰਾ, ਇਹਦਾ ਦੇਹਰਾ ਲੁੱਟ ਲਿਆ। ਸਾਧਨ ਪਕੜੀ ਏਕ ਜਨਾ, ਉਹ ਇੱਕ ਜਣੇ ਨੇ, ਭਾਵ ਕਿ ਜਮਾ ਨੇ ਉਸ ਨੂੰ ਪਕੜ ਲਿਆ। ਟਾਹੇ ਮਡੋਲੀ ਲੂਟਿਆ ਦੇਵਰਾ, ਸਾਧਨ ਪਕੜੀ ਏਕ ਜਨਾ, ਜਮ ਡੰਡਾ ਗਲ ਸੰਗਲ ਪੜਿਆ, ਭਾਗ ਗਏ ਸੇ 5 ਜਨਾ। ਜਮਾ ਦਾ ਡੰਡਾ ਇਸ ਦੇ ਸਿਰ ਤੇ ਪੈ ਗਿਆ ਔਰ ਇਸ ਨੂੰ ਫਾਹੀ ਪੈ ਗਈ ਇਸ ਦੇ ਗਲ ਵਿੱਚ। ਜਮ ਡੰਡਾ ਗਲ ਸੰਗਲ ਪੜਿਆ, ਗਲ ਦੇ ਵਿੱਚ ਜਮਾ ਦੇ ਸੰਗਲ ਬਹਿ ਗਏ। ਭਾਗ ਗਏ ਸੀ 5 ਜਨਾ, ਇਹ ਜਿਹੜੇ 5 ਜਣਿਆਂ ਨੇ ਇਸ ਨੂੰ ਫਸਾਇਆ ਤੀ ਨਾ, ਫਿਰ ਉਹ ਭੱਜ ਗਏ, ਉਸ ਦਾ ਸਾਥ ਛੱਡ ਕੇ ਭੱਜ ਗਏ। ਕਿਉਂਕਿ ਮਨੁੱਖ ਇਉਂ ਸੋਚਦਾ ਹੈ ਕਿ ਇਹ ਮੇਰੇ ਸਾਥੀ ਨੇ, ਹੈਗੇ ਉਹ ਦੁਸ਼ਮਣ ਨੇ। ਹੋਵੇ ਕੋਈ ਦੁਸ਼ਮਣ, ਉਸ ਨੂੰ ਮਨੁੱਖ ਸਾਥੀ ਸਮਝ ਲਵੇ। ਉਸ ਨੂੰ ਗੁਰੂ ਸਾਹਿਬ ਜੀ ਪ੍ਰੇਰਨਾ ਕਰਕੇ ਸਾਨੂੰ ਸਮਝਾਉਂਦੇ ਨੇ ਕਿ ਭਾਈ ਇਹ ਤੇਰੇ ਸਾਥੀ ਨਹੀਂ, ਤੇਰੇ ਦੁਸ਼ਮਣ ਨੇ, ਇਹ ਧੋਖੇਬਾਜ਼ ਨੇ। ਤੈਨੂੰ ਬਿਲਕੁਲ ਐਨ ਪੂਰਾ ਮੌਕੇ 'ਤੇ ਆ ਕੇ ਤੈਨੂੰ ਧੋਖਾ ਦੇ ਕੇ ਜਾਣਗੇ। ਸੋ ਆਮ ਵੀ ਜਦੋਂ ਸਾਡੇ ਨਾਲ ਕੋਈ ਧੋਖਾ ਦਿੰਦਾ ਹੈ, ਜਿਸ ਨੂੰ ਅਸੀਂ ਮਿੱਤਰ ਸਮਝ ਬੈਠੀਏ, ਤਾਂ ਸਾਡਾ ਦਿਲ ਬੜਾ ਟੁੱਟਦਾ ਹੈ ਕਿ ਹੈ ਮੈਂ ਤੈਨੂੰ ਆਪਣਾ ਸਮਝਿਆ ਸੀ, ਇਹ ਮੈਨੂੰ ਧੋਖਾ ਦੇ ਗਿਆ। ਸੋ ਜਿਸ ਨੂੰ ਅਸੀਂ ਪਹਿਲਾਂ ਹੀ ਦੁਸ਼ਮਣ ਸਮਝਿਆ ਹੋਇਆ ਹੈ, ਸੋ ਉਸ ਤੋਂ ਅਸੀਂ ਪਹਿਲਾਂ ਹੀ ਸੁਚੇਤ ਰਹਾਂਗੇ। ਫਿਰ ਅਸੀਂ, ਮਹਾਰਾਜ ਆਖਦੇ ਨੇ, ਜਦੋਂ ਜਮਾ ਦਾ ਫਾਹਾ ਤੇਰੇ ਗਲ ਵਿੱਚ ਪਏਗਾ, ਉਸ ਸਮੇਂ ਇਹਨਾਂ ਨੇ ਭੱਜ ਜਾਣਾ। ਭਾਗ ਗਏ ਸੀ 5 ਜਨਾ, ਕਾਮਣ ਲੋੜੇ ਸੋਨਾ ਰੂਪਾ, ਮਿੱਤਰ ਲੋੜੇਨ ਸੋ ਖਾ ਦਿੱਤਾ, ਨਾਨਕ ਪਾਪ ਕਰੇ ਤਿਨ ਕਾਰਨ, ਜਾਸੀ ਜੰਪੁਰ ਬਾਹ ਦਿੱਤਾ। ਸੋ ਜਿਹੜੀ ਕਾਮਨਾ ਹੈ, ਇਸਤਰੀ ਹੈ, ਇਹ ਮਨੁੱਖ ਤੋਂ ਕੀ ਭਾਲਦੀ ਹੈ ਕਿ ਮੈਨੂੰ ਵਧੀਆ ਵਧੀਆ ਸੋਨੇ ਦੇ ਗਹਿਣੇ ਦਿਓ, ਚਾਂਦੀ ਲੈ ਕੇ ਦਿਓ। ਕਾਮਨਾ ਲੋੜੇ ਸੋਨਾ ਰੂਪਾ, ਮਿੱਤਰ ਲੋੜੇਨ ਸੋ ਖਾ ਦਿੱਤਾ। ਮਿੱਤਰ ਲੋੜਦੇ ਨੇ ਕਿ ਖਾਣ ਪੀਣ ਨੂੰ ਲੋੜਦੇ ਨੇ, ਸਾਨੂੰ ਖਾਣ ਪੀਣ ਨੂੰ ਚੰਗਾ ਦੇਵੇ। ਜਿਹੜੀਆਂ ਮਾੜੀਆਂ ਅਲਾਮਤਾਂ ਨੇ, ਜਿਵੇਂ ਸ਼ਰਾਬ ਹੋ ਗਿਆ, ਅਫੀਮ ਭੁੱਕੀ ਹੁੰਦੀ ਹੈ, ਉਹਨਾਂ ਨੂੰ ਕੋਲ ਬੈਠ ਕੇ ਖਾਂਦਾ ਪੀਂਦਾ, ਉਹਨਾਂ ਨੂੰ ਆਪਣੇ ਜਾਣੀ ਮਿੱਤਰ ਸਮਝਣ ਲੱਗ ਜਾਂਦਾ। ਇਹ ਭੁਲੇਖਾ ਮਨੁੱਖ ਦਾ, ਉਹ ਮਿੱਤਰ ਨਹੀਂ ਹੈ, ਦੁਸ਼ਮਣ ਨੇ। ਉਹ ਧੋਖਾ ਹੋਏਗਾ ਮਨੁੱਖ ਨਾਲ। ਮਹਾਰਾਜ ਆਖਦੇ ਨੇ ਕਿ ਜਿਹੜਾ ਇਹ ਕਾਮਣ ਲੋੜੇ ਸੋਨਾ ਰੂਪਾ, ਮਿੱਤਰ ਲੋੜੇਨ ਸੋ ਖਾ ਦਿੱਤਾ, ਨਾਨਕ ਪਾਪ ਕਰੇ ਤਿਨ ਕਾਰਨ। ਇਹਨਾਂ ਦੇ ਕਰਕੇ ਮਨੁੱਖ ਪਾਪ ਕਰਦਾ। ਨਾਨਕ ਪਾਪ ਕਰੇ ਤਿਨ ਕਾਰਨ, ਜਾਸੀ ਜੰਪੁਰ ਬਾਹ ਦਿੱਤਾ। ਫਿਰ ਜਮਾਂ ਦੇ ਰਸਤੇ ਦੇ ਵਿੱਚ ਤੇ ਜਮਾਂ ਦੇ ਧਾਮ ਨੂੰ ਫਿਰ ਮਨੁੱਖ ਪਹੁੰਚਦਾ ਹੈ। ਬੰਨਿਆ ਹੋਇਆ ਇਸ ਨੂੰ ਲੈ ਕੇ ਜਾਂਦੇ ਨੇ, ਇਸ ਨੂੰ ਫਿਰ ਸਜ਼ਾਵਾਂ ਮਿਲਦੀਆਂ ਨੇ। ਸੋ ਇਸੇ ਤਰ੍ਹਾਂ ਹੀ ਭਗਤ ਰਵਿਦਾਸ ਜੀ ਉਹਨਾਂ ਬਣਤਾਂ ਨੂੰ ਆਖਦੇ ਨੇ, ਕਾਮ, ਕ੍ਰੋਧ, ਮਾਇਆ, ਮਦ, ਮਤਸਰ, ਇਨ ਪੰਚੋਂ ਮਿਲ ਲੁੱਟੇ। ਇਹਨਾਂ 5 ਨੇ ਮਨੁੱਖ ਨੂੰ ਲੁੱਟਿਆ ਹੋਇਆ ਹੈ। ਸੋ ਦੇਖੋ, ਆਪ ਜੀ ਇਤਨੇ ਵੱਡੇ ਵਿਦਵਾਨ ਹੋ, ਤੁਹਾਡੇ ਵਿੱਚ ਤਾਂ ਵਿਦਿਆ ਪੜ੍ਹ ਕੇ ਹੀ ਹੰਕਾਰ ਆ ਗਿਆ। ਇਹ ਪੰਡਤ ਲੋਕੋ, ਜੋਗੀ ਲੋਕੋ, ਕੀ ਹੰਕਾਰ ਆ ਗਿਆ? ਸੋ ਆਖਿਆ ਹੈ ਅੱਗੇ ਭਗਤ ਰਵਿਦਾਸ ਜੀ ਨੇ, ਹਮ ਵੱਡ ਕਬ ਕੁਲੀਨ ਹਮ ਪੰਡਤ, ਹਮ ਜੋਗੀ ਸੰਨਿਆਸੀ। ਅਸੀਂ ਵੱਡੇ ਕਵੀ ਹਾਂ। ਹਮ ਵੱਡ ਕਬ,
ਕੁਲੀਨ, ਅਸੀਂ ਉੱਚੀ ਕੁਲ ਵਾਲੇ ਹਾਂ। ਹਮ ਵੱਡ ਕਬ ਕੁਲੀਨ ਹਮ ਪੰਡਤ, ਮੈਂ ਪੰਡਤ ਹਾਂ, ਮੈਂ ਵਿਦਵਾਨ ਹਾਂ। ਸੋ ਇਹ ਜਾਣੀ ਮਨ ਦੇ ਵਿੱਚ ਹੰਕਾਰ ਧਾਰਨ ਕਰ ਲਿਆ। ਹਮ ਵੱਡ ਕਬ ਕੁਲੀਨ ਹਮ ਪੰਡਤ ਹਮ ਜੋਗੀ ਸੰਨਿਆਸੀ, ਅਸੀਂ ਜੋਗੀ ਹਾਂ, ਅਸੀਂ ਸੰਨਿਆਸੀ ਹਾਂ। ਸੋ ਦੂਸਰੇ ਨੂੰ ਤਾਂ ਬੰਦਾ ਹੀ ਨਹੀਂ ਸਮਝਦਾ ਕਿ ਇਹਨੂੰ ਕੀ ਪਤਾ ਮੈਂ ਵੱਡਾ ਜੋਗੀ ਹਾਂ, ਮੈਂ ਵੱਡਾ ਸੰਨਿਆਸੀ ਹਾਂ। ਸੋ ਉਹਨਾਂ ਵਿੱਚ ਇਹ ਹੰਕਾਰ ਆ ਜਾਂਦਾ। ਸੋ ਇਹ ਜਾਣੀ ਮਾਇਆ ਦਾ ਹੰਕਾਰ, ਕਾਮ ਕ੍ਰੋਧ ਲੋਭ ਮੋਹ ਵਿੱਚ ਇਸ ਕਰਕੇ ਉਹ ਠੱਗੇ ਜਾਂਦੇ ਨੇ। ਹਮ ਵੱਡ ਕਬ ਕੁਲੀਨ ਹਮ ਪੰਡਤ ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬਹਿ ਨਾ ਨਾਸੀ। ਕਿ ਮੈਂ ਵੱਡਾ ਗਿਆਨੀ ਹਾਂ, ਮੈਂ ਵੱਡਾ ਗੁਣਵਾਨ ਹਾਂ, ਗਿਆਨੀ ਗੁਣੀ ਸੂਰ, ਮੈਂ ਵੱਡਾ ਸੂਰਮਾ, ਦਾਤੇ ਮੈਂ ਵੱਡਾ ਦਾਤਾ। ਇਹ ਬੁੱਧ ਕਬਹਿ ਨਾ ਨਾਸੀ, ਇਹ ਜਿਹੜੀ ਬੁੱਧੀ ਦਾ ਕਦੇ ਨਾਸ ਨਹੀਂ ਹੋਇਆ। ਬੁੱਧੀ ਵਿੱਚ ਇਹ ਹੰਕਾਰ ਭਰਿਆ ਹੋਇਆ ਹੈ, ਜਾਣੀ ਮਤ ਵਿਗੜੀ ਹੋਈ ਹੈ, ਮਤ ਮਲੀਨ ਹੋਈ ਪਈ ਹੈ। ਇਹ ਬੁੱਧ ਕਬਹਿ ਨਾ ਨਾਸੀ। ਸੋ ਇਹ ਬੁੱਧੀ ਦਾ ਨਾਸ ਨਹੀਂ ਹੁੰਦਾ, ਤੁਹਾਡੇ ਮਨ ਦੇ ਵਿੱਚ ਇਸ ਚੀਜ਼ ਦਾ ਹੰਕਾਰ ਭਰਿਆ ਹੋਇਆ ਹੈ। ਦੇਖੋ ਸਾਧ ਸੰਗਤ ਜੀ, ਵਿੱਦਿਆ ਪ੍ਰਾਪਤ ਕਰਨੀ ਗਲਤ ਗੱਲ ਨਹੀਂ ਹੈ। ਵੱਡੇ ਵੱਡੇ ਸਕੂਲ ਖੁੱਲ੍ਹੇ ਹੋਏ ਨੇ, ਵਿੱਦਿਆ ਪ੍ਰਾਪਤ ਕਰਨ ਵਾਸਤੇ ਖੁੱਲ੍ਹੇ ਨੇ। ਪਰ ਜੇ ਵਿੱਦਿਆ ਲੈ ਕੇ ਹੀ ਹੰਕਾਰ ਹੋ ਗਿਆ, ਵਿੱਦਿਆ ਪ੍ਰਾਪਤ ਕਰਕੇ ਜੇ ਬੰਦਾ ਹੰਕਾਰੀ ਬਣ ਗਿਆ, ਦੂਸਰੇ ਨੂੰ ਬੰਦੇ ਨੂੰ ਬੰਦਾ ਨਹੀਂ ਸਮਝਦਾ ਕਿ ਮੈਂ ਵੱਡਾ ਗਿਆਨੀ ਹਾਂ, ਮੈਂ ਵੱਡਾ ਕਥਾਵਾਚਕ ਹਾਂ, ਮੈਂ ਵੱਡਾ ਗ੍ਰੰਥੀ ਹਾਂ, ਮੈਂ ਵੱਡਾ ਕੀਰਤਨੀ ਹਾਂ, ਮੈਂ ਵੱਡਾ ਵਿਦਵਾਨ ਹਾਂ। ਸੋ ਇਸ ਚੀਜ਼ ਦਾ ਹੰਕਾਰ ਬਣ ਗਿਆ, ਫਿਰ ਉਸ ਨੂੰ ਲਾਭ ਨਹੀਂ, ਅਧਿਆਤਮਿਕ ਲਾਭ ਨਹੀਂ ਉਸ ਨੂੰ ਪ੍ਰਾਪਤ ਹੋਏਗਾ। ਮਹਾਰਾਜ ਕਹਿੰਦੇ ਇਸ ਤਰੀਕੇ ਨਾਲ ਮਨੁੱਖ ਲੁੱਟਿਆ ਜਾਂਦਾ ਹੈ। ਮਨੁੱਖ ਦੇ ਵਿੱਚੋਂ ਅੰਦਰੋਂ ਜੋ ਦੈਵੀ ਗੁਣ ਨੇ, ਚੰਗੇ ਗੁਣ ਨੇ, ਉਹਨਾਂ ਦਾ ਨਾਸ ਹੋ ਜਾਂਦਾ ਹੈ। ਸੋ ਇਸ ਤਰੀਕੇ ਨਾਲ ਉਹਨਾਂ ਨੂੰ ਜਾਣੀ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਨੇ ਭਗਤ ਰਵਿਦਾਸ ਜੀ। ਕਹਿ ਰਵਿਦਾਸ ਸਭੈ ਨਹੀਂ ਸਮਝਸ, ਭੂਲ ਭਰੇ ਜੈਸੇ ਬੌਰੇ। ਪਰ ਦੇਖੋ ਉਪਦੇਸ਼ ਤਾਂ ਸਾਰਿਆਂ ਨੂੰ ਦਿੱਤਾ ਜਾਂਦਾ ਗੁਰਬਾਣੀ ਦਾ। ਜਿਸ ਤਰ੍ਹਾਂ ਭਗਤ ਰਵਿਦਾਸ ਜੀ ਨੇ ਉਹਨਾਂ ਨੂੰ ਉਪਦੇਸ਼ ਦਿੱਤਾ, ਪਰ ਸਾਰੇ ਥੋੜ੍ਹੀ ਸਮਝਦੇ ਨੇ। ਕਹਿ ਰਵਿਦਾਸ ਸਭੈ ਨਹੀਂ ਸਮਝਸ, ਭੂਲ ਭਰੇ ਜੈਸੇ ਬੌਰੇ। ਜਿਸ ਤਰ੍ਹਾਂ ਬੌਲਾ ਬੰਦਾ ਹੋਇਆ ਬੰਦਾ ਨਾ, ਉਸ ਨੂੰ ਸਮਝ ਨਹੀਂ ਆਉਂਦੀ ਕੋਈ ਗੱਲ। ਇਹ ਭੁੱਲ ਦੇ ਵਿੱਚ ਪੈ ਕੇ ਬੌਲੇ ਹੋਏ ਪਏ ਨੇ। ਪਰ ਇਕਨਾਂ ਨੂੰ ਸੋਝੀ ਆ ਜਾਂਦੀ ਹੈ। ਇਕਨਾਂ ਨੂੰ ਸਭ ਸੋਝੀ ਆਈ, ਇੱਕ ਫਿਰਦੇ ਬੇਪਰਵਾਹ। ਇਕਨਾਂ ਨੂੰ ਸੋਝੀ ਆ ਜਾਂਦੀ ਹੈ। ਸੋ ਜਿਨ੍ਹਾਂ ਨੂੰ ਸੋਝੀ ਆਉਂਦੀ ਹੈ ਉਹ ਕੀ ਕਰਦੇ ਨੇ, ਫਿਰ ਨਾਮ ਜਪਦੇ ਨੇ, ਪਰਮੇਸ਼ਰ ਦੀ ਆਰਾਧਨਾ ਕਰਦੇ ਨੇ। ਉਹ ਰਸਕ ਰਸਕ ਗੁਣ ਗਾਈ ਪਰਮੇਸ਼ਰ ਦੇ ਨਾਮ ਨੂੰ। ਦੇਖੋ ਜਪਦੀ ਦੁਨੀਆ ਨਾਮ ਜਪਦੀ ਹੈ, ਐਸੀ ਗੱਲ ਨਹੀਂ ਹੈ। ਬਾਣੀ ਪੜ੍ਹਦੀ ਹੈ ਦੁਨੀਆ, ਪਰ ਇੱਕ ਰਸ ਲੈ ਕੇ ਜਪਦਾ, ਇੱਕ ਬਗੈਰ ਰਸ ਲੈ ਤੋਂ ਐਦੀ ਫੋਕਾ ਜਪਦਾ। ਇਹਦੇ ਵਿੱਚ ਫਰਕ ਹੁੰਦਾ। ਗੁਰਮੁਖ ਦਾ ਨਾਮ ਜਪਿਆ ਹੋਇਆ ਉਹ ਫਲੀਭੂਤ ਹੋ ਜਾਂਦਾ, ਲਾਹਾ ਮਿਲ ਜਾਂਦਾ। ਜਿਹੜਾ ਆਮ ਮਨੁੱਖ ਹੈ ਉਹ ਮਨ ਦੇ ਵਿੱਚ ਹੋਰ ਵਿਕਾਰ ਧਾਰਨ ਕਰਕੇ ਰੱਖਦਾ ਹੈ, ਮਨ ਆਸੇ ਪਾਸੇ ਦੌੜਿਆ ਫਿਰਦਾ ਹੈ, ਉਸ ਦਾ ਜਪਿਆ ਹੋਏ ਦਾ ਇਤਨਾ ਲਾਭ ਨਹੀਂ ਉਸ ਨੂੰ ਫਿਰ ਮਿਲਦਾ। ਸੋ ਲੱਗਿਆ ਰਹੇਗਾ, ਅਰਦਾਸਾਂ ਕਰਦਾ ਰਹੇਗਾ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ, ਫਿਰ ਉਸ ਦਾ ਮਨ ਹੌਲੀ ਹੌਲੀ ਟਿਕਣਾ ਸ਼ੁਰੂ ਹੋ ਜਾਏਗਾ। ਜੇ ਇਸੇ ਚੀਜ਼ ਦੀ ਹੰਕਾਰ ਕਰ ਬੈਠਿਆ ਹੈ ਕਿ ਮੈਂ ਇਤਨੇ ਜ਼ਿਆਦਾ ਪਾਠ ਕਰਦਾ ਹਾਂ, ਮੈਂ ਇਤਨਾ ਜ਼ਿਆਦਾ ਮੂਲ ਮੰਤਰ ਦਾ, ਵਾਹਿਗੁਰੂ ਗੁਰਮੰਤਰ ਦਾ ਮੈਂ ਅਭਿਆਸ ਕਰਦਾ ਹਾਂ, ਇਸੇ ਚੀਜ਼ ਦੀ ਹਮਾ ਹੰਕਾਰ ਬਣਾ ਕੇ ਬੈਠ ਗਿਆ, ਫਿਰ ਉਸ ਨੂੰ ਕੋਈ ਲਾਭ ਨਹੀਂ ਮਿਲਣਾ। ਕਹਿ ਰਵਿਦਾਸ ਸਭੈ ਨਹੀਂ ਸਮਝਸ, ਭੂਲ ਭਰੇ ਜੈਸੇ ਬੌਰੇ। ਮੋਹਿ ਆਧਾਰ ਨਾਮ ਨਾਰਾਇਣ, ਜੀਵਨ ਪ੍ਰਾਨ ਤਨ ਮੋਰੇ। ਤੇ ਮੈਨੂੰ ਤਾਂ ਆਧਾਰ ਜਿਹੜਾ ਹੈ ਪਰਮੇਸ਼ਰ ਦੇ ਨਾਮ ਦਾ ਹੈ ਭਾਈ। ਮੋਹਿ ਆਧਾਰ ਨਾਮ ਨਾਰਾਇਣ, ਮੈਂ ਤਾਂ ਨਾਮ ਨੂੰ ਹੀ ਜਪਦਾ ਹਾਂ, ਨਾਮ ਨੂੰ ਹੀ ਮੈਂ ਪੜ੍ਹਦਾ ਹਾਂ। ਸੋ ਮੈਂ ਤਾਂ ਨਾਮ ਨੂੰ ਹੀ ਆਪਣਾ ਆਧਾਰ ਬਣਾਇਆ ਹੋਇਆ ਹੈ। ਨਾਮ ਹੀ ਮੇਰੇ ਪ੍ਰਾਣਾਂ ਦਾ ਆਸਰਾ ਹੈ। ਮੋਹਿ ਆਧਾਰ ਨਾਮ ਨਾਰਾਇਣ, ਜੀਵਨ ਪ੍ਰਾਨ ਤਨ ਮੋਰੇ। ਮੇਰੇ ਜੀਵਨ ਦਾ, ਮੇਰੇ ਪ੍ਰਾਣਾਂ ਦਾ ਆਧਾਰ ਹੈ ਜੋ ਨਾਮ ਹੈ ਪਰਮੇਸ਼ਰ ਦਾ। ਸੋ ਉੱਥੇ ਭਗਤ ਰਵਿਦਾਸ ਜੀ ਨੇ ਉਹਨਾਂ ਨੂੰ ਨਾਮ ਦਾ ਉਪਦੇਸ਼ ਦਿੱਤਾ। ਨਾਮ ਦਾ ਉਪਦੇਸ਼ ਸੁਣ ਕੇ ਉਹ ਸਾਰੇ ਦੰਗ ਰਹਿ ਗਏ ਕਿ 5 ਸਾਲ ਦਾ ਬੱਚਾ ਇਤਨੀ ਉੱਚੀਆਂ ਗੱਲਾਂ ਕਰਦਾ ਹੈ। ਤਾਂ ਉਹਨਾਂ ਦੇ ਸੀਸ ਝੁਕ ਗਏ। ਭਗਤ ਰਵਿਦਾਸ ਜੀ ਦੇ ਚਰਨਾਂ ਉੱਪਰ ਉਹਨਾਂ ਨੇ ਮੱਥਾ ਟੇਕਿਆ। ਇੱਕ 5 ਸਾਲ ਦਾ ਬੱਚਾ ਵੱਡੇ ਵੱਡੇ ਜੋਗੀਆਂ ਨੂੰ, ਵੱਡੇ ਵੱਡੇ ਪੰਡਤਾਂ ਨੂੰ ਆਪਣੇ ਚਰਨਾਂ ਉੱਪਰ ਝੁਕਾ ਗਿਆ। ਕਿਸ ਦੇ ਬਲ ਨਾਲ? ਉਹ ਫਿਰ ਹੰਕਾਰ ਨਹੀਂ ਕਰਦੇ ਕਿ ਦੇਖਿਆ ਮੈਂ ਝੁਕਾ ਕੇ ਰੱਖਦਾ ਨਾ ਇਹਨੂੰ, ਦੇਖਿਆ ਨਾ ਇਹਨੂੰ ਇੱਦਾਂ ਕਰਕੇ ਰੱਖਦਾ। ਇਹ ਮਨਮੁੱਖਾਂ ਦਾ ਕੰਮ ਆ।
ਜਿਹੜੇ ਭਗਤ ਨੇ ਉਹ ਨਹੀਂ ਆਖਦੇ, ਉਹ ਆਖਣਗੇ ਇਹ ਤਾਂ ਕੇਵਲ ਨਾਮ ਕਰਕੇ ਹੈ, ਇਹ ਮੇਰੀ ਵਡਿਆਈ ਨਹੀਂ। ਵਡਿਆਈ ਹੁੰਦੀ ਹੈ ਗੁਰਮੁਖਾਂ ਦੀ, ਗੁਰਮੁਖਾਂ ਦੀ ਵੀ ਸੇਵਾ ਹੁੰਦੀ ਹੈ, ਐਸੀ ਗੱਲ ਨਹੀਂ ਹੈ। ਪਰ ਉਹ ਗੁਰਮੁਖ ਇਸ ਚੀਜ਼ ਦਾ ਹੰਕਾਰ ਨਹੀਂ ਧਾਰਨ ਕਰਦੇ। ਉਹ ਆਖਦੇ ਨੇ ਕਿ ਸੱਚੇ ਪਾਤਸ਼ਾਹ ਮਹਾਰਾਜ ਜੀ, ਇਹ ਪ੍ਰਤਾਪ ਸਿਰਫ ਆਪ ਜੀ ਦੀ ਬਾਣੀ ਨਾਮ ਕਰਕੇ ਹੈ, ਨਹੀਂ ਇਸ ਜਿਹੜਾ ਇਹ ਖਲੜੀ ਹੈ, ਇਹ ਝੂਠਾ ਜੋ ਸਰੀਰ ਹੈ, ਇਸ ਨੂੰ ਕੌਣ ਪੁੱਛਦਾ ਹੈ। ਸਭ ਵਡਿਆਈਆਂ ਪਰਮੇਸ਼ਰ ਕਰਕੇ ਨੇ, ਅਕਾਲ ਪੁਰਖ ਵਾਹਿਗੁਰੂ ਕਰਕੇ ਨੇ। ਕੋਈ ਨਾਮ ਨਾ ਜਾਣਾ ਮੇਰਾ, ਮੇਰਾ ਕੌਣ ਨਾਮ ਜਾਣਦਾ ਵਾਹਿਗੁਰੂ। ਇਹ ਤਾਂ ਸਾਰੀਆਂ ਤੇਰੇ ਕਰਕੇ ਵਡਿਆਈਆਂ ਨੇ, ਤੇਰੇ ਕਰਕੇ ਹੀ ਉਪਮਾ ਹੋ ਰਹੀ ਹੈ। ਸੋ ਗੁਰਮੁਖਾਂ ਦਾ ਇਸ ਤਰ੍ਹਾਂ ਦਾ ਨਿਸ਼ਚਾ ਹੁੰਦਾ ਹੈ। ਸੋ ਜਾਣੀ ਭਗਤ ਰਵਿਦਾਸ ਜੀ ਦਾ ਨਿਸ਼ਚਾ ਇਹ ਹੈ ਕਿ ਬਾਣੀ ਕਰਕੇ, ਨਾਮ ਕਰਕੇ, ਪਰਮੇਸ਼ਰ ਦੀ ਕਿਰਪਾ ਕਰਕੇ ਹੀ ਇਹ ਚੁੱਕੇ ਨੇ। ਸੋ ਜਾਣੀ ਨਾਮ ਸ਼੍ਰੋਮਣੀ ਹੈ, ਸਭ ਤੋਂ ਵੱਡਾ ਹੈ ਭਾਈ। ਸੋ ਉਹਨਾਂ ਨੂੰ ਐਸਾ ਉਪਦੇਸ਼ ਭਗਤ ਰਵਿਦਾਸ ਜੀ ਨੇ ਦਿੱਤਾ। ਸਤ ਸੰਗਤ ਜੀ, ਇਹ ਜੋ ਸ਼ਬਦ ਹੈ ਇਹ ਰਾਮਕਲੀ ਰਾਗ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ। ਸੋ ਭਗਤ ਰਵਿਦਾਸ ਜੀ ਦੀ ਜੋ ਇਹ ਬਾਣੀ ਹੈ, ਇਸ ਵਿੱਚ 40 ਸ਼ਬਦ ਨੇ ਸਤ ਸੰਗਤ ਜੀ, ਜਿਹੜੇ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਨੇ। ਜਿਵੇਂ ਪਹਿਲਾ ਸ਼ਬਦ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ, ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਸੋ ਇਹ ਸ਼ਬਦ ਪਹਿਲਾ ਹੈ ਤੇ ਸ਼੍ਰੀ ਰਾਗ ਦੇ ਵਿੱਚ ਦਰਜ ਹੈ। ਸੋ ਇਸ ਤਰ੍ਹਾਂ ਕਰਕੇ 40 ਸ਼ਬਦ ਨੇ ਕੁੱਲ। ਪਰ ਜਿਹੜਾ ਭਗਤ ਰਵਿਦਾਸ ਜੀ ਨੇ ਸਭ ਤੋਂ ਪਹਿਲਾ ਸ਼ਬਦ ਆਪਣੇ ਮੁਖਾਰਬਿੰਦ ਤੋਂ ਉਚਾਰਨ ਕੀਤਾ ਹੈ, ਉਹ ਜੋ ਰਾਮਕਲੀ ਰਾਗ ਦੇ ਵਿੱਚ ਹੈ, ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀ ਹੈ। ਸੋ ਜਿਹੜਾ ਇਹ ਕਿਆ ਪੜ੍ਹੀ ਹੈ, ਜਿਹੜਾ ਇਹ ਸ਼ਬਦ ਹੈ, ਤੇ ਪੜ੍ਹੀ ਹੈ ਗੁਣੀ ਹੈ ਨਾਮ ਸਭ ਸੁਣੀ ਹੈ। ਜਿਹੜਾ ਪਹਿਲਾ ਸ਼ਬਦ ਹੈ ਉਹ ਤਾਂ ਭਗਤ ਕਬੀਰ ਜੀ ਦਾ ਹੈ, ਕਿਆ ਪੜ੍ਹੀ ਹੈ, ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀ ਹੈ। ਇਹ ਭਗਤ ਕਬੀਰ ਜੀ ਦਾ ਸ਼ਬਦ ਹੈ। ਜਿਹੜਾ ਭਗਤ ਰਵਿਦਾਸ ਜੀ ਨੇ ਉਚਾਰਨ ਕੀਤਾ ਹੈ, ਪੜ੍ਹੀ ਹੈ ਗੁਣੀ ਹੈ ਨਾਮ ਸਭ ਸੁਣੀ ਹੈ, ਅਨਭਵ ਭਾਉ ਨਾ ਦਰਸੈ। ਸੋ ਇਹ ਜਿਹੜਾ ਸ਼ਬਦ ਹੈ ਇਹ ਭਗਤ ਰਵਿਦਾਸ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਹੈ। ਇਹ ਇਹਨਾਂ ਨੇ ਆਪਣੇ ਮੁਖਾਰਬਿੰਦ ਵਿੱਚੋਂ ਸਭ ਤੋਂ ਜੋ ਪਹਿਲਾ ਸ਼ਬਦ ਸੀ ਇਹ ਉਚਾਰਨ ਕੀਤਾ ਹੈ। ਸੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਿੱਚ ਇਹਨਾਂ ਦੀ ਸਾਰੀ ਬਾਣੀ ਦਰਜ ਹੈ ਭਾਈ। ਸੋ ਆਪਾਂ ਬਾਣੀ ਨਾਲ ਜੁੜੀਏ, ਨਾਮ ਜਪੀਏ, ਉਪਦੇਸ਼ ਨੂੰ ਅਸੀਂ ਕਮਾਈਏ, ਅਸੀਂ ਵੀ ਭਾਈ ਨਾਮ ਜਪੀਏ। ਆਓ ਹੁਣ 2 ਮਿੰਟ ਵਾਸਤੇ ਸਿਰਫ ਨਾਮ ਜਪ ਕੇ ਭਾਈ ਆਪਾਂ ਨੇ ਸਮਾਪਤੀ ਕਰਨੀ ਹੈ। ਉਪਦੇਸ਼ ਹੈ ਨਾਮ ਜਪਣ ਦਾ। ਨਾਮ ਜਪਣ ਨਾਲ ਹੀ ਇਹ ਸਾਰੇ ਸੰਸ਼ੇ ਦੂਰ ਹੋਣਗੇ। ਨਾਮ ਜਪਣ ਦੇ ਨਾਲ ਹੀ ਸੰਸ਼ੇ ਦੀ ਗੰਠ ਛੁੱਟੇਗੀ ਤੇ ਨਾਮ ਜਪਣ ਨਾਲ ਹੀ ਇਹ ਜਿਹੜਾ ਕਾਮ, ਕ੍ਰੋਧ, ਮਾਇਆ, ਮਦ, ਮਤਸਰ ਇਹਨਾਂ ਪੰਜੋਂ ਮੇਰੇ ਲੁੱਟੇ, ਇਹ ਜਿਹੜੇ ਲੁੱਟ ਰਹੇ ਨੇ ਸਾਡੇ ਚੰਗੇ ਗੁਣਾਂ ਨੂੰ, ਇਹਨਾਂ ਦਾ ਵੀ ਨਾਸ ਹੋਏਗਾ, ਇਹਨਾਂ ਤੋਂ ਵੀ ਸਾਡਾ ਖਹਿੜਾ ਛੁੱਟੇਗਾ। ਉਹ ਕੇਵਲ ਨਾਮ ਦੇ ਸੇਵਾ ਸਿਮਰਨ ਦੇ ਬਲ ਨਾਲ ਹੋਏਗਾ। ਆਓ ਭਾਈ 2 ਮਿੰਟ ਵਾਸਤੇ ਆਪਾਂ ਵੀ ਨਾਮ ਜਪੀਏ, ਫਿਰ ਸਮਾਪਤੀ ਕਰਦੇ ਹਾਂ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿ ਰਵਿਦਾਸ ਜੋ ਜਪੈ ਨਾਮ, ਤਿਸ ਜਾਤ ਨਾ ਜਨਮ ਨਾ ਜੋਨ ਕਾਮ। ਉਸ ਦਾ ਕੋਈ ਜਾਤ ਨਹੀਂ, ਉਸ ਨੂੰ ਦੁਬਾਰੇ ਕੋਈ ਜਨਮ ਮਰਨ ਦੇ ਚੱਕਰ 'ਚ ਨਹੀਂ ਪਏਗਾ ਜਿਹੜਾ ਕਿ ਨਾਮ ਜਪੇਗਾ। ਸੋ ਨਾਮ ਜਪਣ ਵਾਲਾ ਭਾਈ ਸਭ ਤੋਂ ਸ਼੍ਰੋਮਣੀ ਹੈ। ਸੋ ਇਸ ਤਰ੍ਹਾਂ ਕਰਕੇ ਭਗਤ ਰਵਿਦਾਸ ਜੀ ਨੇ ਉਹਨਾਂ ਪੰਡਤਾਂ ਨੂੰ, ਸ਼ਾਰਦਾਨੰਦ ਜੋ ਪੰਡਤ ਸੀ, ਹੋਰ ਜੋਗੀ ਸੰਨਿਆਸੀਆਂ ਨੂੰ ਐਸਾ ਉਪਦੇਸ਼ ਦਿੱਤਾ ਹੈ ਭਾਈ। ਸੋ ਉਹਨਾਂ ਨੇ ਸੋਚਿਆ, ਮਨ ਵਿੱਚ ਵਿਚਾਰ ਕੀਤੀ ਕਿ ਇਹ ਤਾਂ ਪਹਿਲਾਂ ਹੀ ਪਰਮੇਸ਼ਰ ਵੱਲੋਂ ਹੀ ਪੜ੍ਹਿਆ ਹੋਇਆ ਆਇਆ ਹੈ। ਸੋ ਇਸ ਤਰ੍ਹਾਂ ਕਰਕੇ ਜਿਹੜੀ ਨਾਮ ਹੈ, ਇਸ ਵਿੱਚ ਭਾਈ ਸਾਰੀਆਂ ਪੜ੍ਹਾਈਆਂ, ਸਾਰਾ ਗਿਆਨ ਆ ਜਾਂਦਾ ਹੈ, ਕਿਉਂਕਿ ਨਾਮ ਦੇ ਆਸਰੇ 'ਤੇ ਹੀ ਸਾਰਾ ਕੁਝ ਖੜਾ ਹੈ। ਨਾਮ ਦੇ ਆਸਰੇ ਨਾਲ ਹੀ ਸਾਰਾ ਕੁਝ ਹੈ ਸਾਧ ਸੰਗਤ ਜੀ। ਸੋ ਇਸ ਤਰ੍ਹਾਂ ਕਰਕੇ ਭਾਈ ਅਸੀਂ ਨਾਮ ਜਪੀਏ, ਨਾਮ ਨਾਲ ਅਸੀਂ ਸੁਰਤ ਲਿਵ ਜੋੜੀਏ। ਕਹਿ ਰਵਿਦਾਸ ਜੋ ਜਪੈ ਨਾਮ, ਤਿਸ ਜਾਤ ਨਾ ਜਨਮ ਨਾ ਜੋਨ ਕਾਮ। ਸੋ ਨਾਮ ਭਾਈ ਸਭ ਤੋਂ ਸ਼੍ਰੋਮਣੀ ਹੈ ਸਾਧ ਸੰਗਤ ਜੀ। ਭਗਤ ਰਵਿਦਾਸ ਜੀ ਦੇ ਅਵਤਾਰ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਬਹੁਤ ਬਹੁਤ ਵਧਾਈਆਂ ਹੋਵਣ ਜੀ। ਸੋ ਦਾਸਰੇ ਕੋਲੋਂ ਬੋਲਦਿਆਂ ਹੋਇਆਂ ਬੇਅੰਤ ਗਲਤੀਆਂ ਹੋ ਜਾਂਦੀਆਂ ਹਨ। ਸੋ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਜੀ ਖਿਮਾ ਬਖਸ਼ਣ, ਅੱਗੋਂ ਵਾਸਤੇ ਮਹਾਰਾਜ ਜੀ ਸੁਮਤ ਬਖਸ਼ਣ ਜੀ। ਤੇ ਸਮਾਪਤੀ ਹੈ ਸਾਧ ਸੰਗਤ ਜੀ। ਸਾਰੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।